ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ। ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ। ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ। ਤੁਧ ਭਾਵਾ ਸਰਨਾਵਾ। ਗੰਗ ਜਮੁਨ ਤਹਿ ਬੇਣੀ ਸੰਗਮ। ਸਾਤ ਸਮੁੰਦ ਸਮਾਵਾ। ਪੁੰਨ ਦਾਨ ਪੂਜਾ ਪਰਮੇਸ਼ੁਰ ਜੁਗ ਜੁਗ ਏਕੋ ਜਾਤਾ। ਨਾਨਕ ਮਾਘ ਮਹਾਰਸ ਹਰ ਜਪ 68 ਤੀਰਥ ਨਾਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦੀ ਗੁਰਮਤ ਆਨਲਾਈਨ ਜ਼ੂਮ ਕਲਾਸ ਅੰਦਰ ਅਸੀਂ ਤੁਖਾਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਮਾਘ ਦੇ ਮਹੀਨੇ ਦਾ ਸ਼ਬਦ ਵਿਚਾਰਾਂਗੇ। ਤੁਖਾਰੀ ਰਾਗ ਦੇ ਵਿੱਚ ਜੋ 12 ਮਾਹ ਹੈ, ਇਹ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਿਆ ਹੈ। ਮਤਲਬ ਦੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ 12 ਮਾਹ ਹਨ। ਪਹਿਲਾ 12 ਮਾਹ ਪੰਜਵੇਂ ਪਾਤਸ਼ਾਹ ਦਾ ਜੋ ਮਾਝ ਰਾਗ ਵਿੱਚ ਹੈ, ਦੂਸਰਾ 12 ਮਾਹ ਤੁਖਾਰੀ ਰਾਗ ਵਿੱਚ ਹੈ ਜੋ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਹੋਇਆ। ਇਹ 1107 ਅੰਕ ਤੋਂ ਸ਼ੁਰੂ ਹੁੰਦਾ ਹੈ। ਇਸ 12 ਮਾਹ ਨੂੰ ਪੜ੍ਹਨ ਦੇ, ਵਿਚਾਰਨ ਦੇ ਤੇ ਪ੍ਰਚਾਰਨ ਦੇ ਉਪਰਾਲੇ ਸ਼ੁਰੂ ਤੋਂ ਹੀ ਬਹੁਤ ਘੱਟ ਹੋਏ ਨੇ। ਮਾਝ ਰਾਗ ਦਾ 12 ਮਾਹ ਬੜੇ ਪੁਰਾਤਨ ਸਮੇਂ ਤੋਂ ਪ੍ਰਚਲਿਤ ਹੋ ਗਿਆ ਸੀ। ਗੁਰੂ ਘਰਾਂ ਦੇ ਵਿੱਚ ਜਦੋਂ ਵੀ ਦੀਵਾਨ ਲੱਗਣੇ ਸ਼ੁਰੂ ਹੋਏ ਤੇ ਮਾਝ ਰਾਗ ਦਾ 12 ਮਾਹ ਹੀ ਪੜ੍ਹਿਆ ਜਾਂਦਾ ਸੀ, ਜਿਸ ਕਰਕੇ ਉਹ ਪ੍ਰਚਲਿਤ ਹੈ। ਸੰਗਤਾਂ ਨੂੰ ਉਹਦੀ ਬਾਣੀ ਸੁਖੈਨ ਵੀ ਲੱਗਦੀ ਹੈ ਤੇ ਉਹਦੀ ਸਮਝ ਵੀ ਛੇਤੀ ਪੈਂਦੀ ਹੈ। ਤੇ ਇਹਦੇ ਉਲਟ ਜੋ ਤੁਖਾਰੀ ਰਾਗ ਦਾ 12 ਮਾਹ, ਇਹ ਕਾਫੀ ਕਠਿਨ ਹੈ। ਇਹਦੇ ਜੋ ਅਰਥ ਭਾਵ ਨੇ ਨਾ, ਉਹ ਬਹੁਤ ਕਠਿਨ ਨੇ। ਉਹਦੇ ਚ ਭਾਸ਼ਾ ਵੀ ਸਰਲ ਹੈ, ਇਹਦੀ ਭਾਸ਼ਾ ਵੀ ਕਠਿਨ ਹੈ, ਤੇ ਉਹ ਤੋਂ ਬਾਅਦ ਫਿਰ ਇਹਦੇ ਅਰਥ ਹੋਰ ਵੀ ਕਠਿਨ ਨੇ। ਸ਼ਾਇਦ ਇਸੇ ਕਰਕੇ ਇਹਦੇ ਉਪਰਾਲੇ ਘੱਟ ਹੋਏ ਨੇ। ਉਸ 12 ਮਾਹ ਦੇ ਵਿੱਚ ਤਕਰੀਬਨ ਸਾਰੇ ਸ਼ਬਦਾਂ 'ਚ ਪਹਿਲੇ ਨੂੰ ਛੱਡ ਕੇ 9 ਪੰਕਤੀਆਂ ਆਉਂਦੀਆਂ ਨੇ ਹਰੇਕ ਸ਼ਬਦ ਦੀਆਂ। ਇਹਦੇ ਵਿੱਚ ਸਾਰੇ ਹੀ ਪੂਰੇ 12 ਮਾਹਾਂ ਦੇ ਵਿੱਚ 17 ਸ਼ਬਦ ਨੇ। ਇਹਦੇ ਵਿੱਚ 6 ਪੰਕਤੀਆਂ ਆਉਣਗੀਆਂ ਹਰੇਕ ਸ਼ਬਦ ਦੀਆਂ। 6 ਲਾਈਨਾਂ ਦਾ ਇੱਕ ਸ਼ਬਦ ਹੈ। ਤੋ ਇਹਦੇ 17 ਪਦੇ ਨੇ ਤੇ ਆਪਾਂ ਅੱਜ ਮਾਘ ਮਹੀਨੇ ਦੀ ਵਿਚਾਰ ਹੈ ਜਿਹੜੀ ਉਹ ਸਰਵਣ ਕਰਦੇ ਹਾਂ। ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ। ਮਾਘ ਦੇ ਮਹੀਨੇ ਬਾਰੇ ਜੋ ਗੁਰੂ ਨਾਨਕ ਸਾਹਿਬ ਨੇ ਵਿਚਾਰ ਦਿੱਤੀ ਹੈ ਵੀ ਜਿਸ ਤਰ੍ਹਾਂ ਕਿ ਮਾਘ ਦੇ ਮਹੀਨੇ ਨੂੰ ਲੋਕੀ ਪਵਿੱਤਰ ਮੰਨਦੇ ਨੇ। ਇਸ ਮਹੀਨੇ ਦੇ ਵਿੱਚ ਤੀਰਥ ਇਸ਼ਨਾਨ ਕਰਨੇ, ਦਾਨ ਪੁੰਨ ਕਰਨਾ ਬੜਾ ਵੱਡਾ ਕਰਮ ਮੰਨਿਆ ਗਿਆ। ਇਹਦੀ ਬੜੀ ਵੱਡੀ ਮਹਾਨਤਾ ਮੰਨੀ ਗਈ ਹੈ ਧਾਰਮਿਕ ਜਗਤ ਅੰਦਰ। ਹਿੰਦੁਸਤਾਨ ਦੇ ਵਿੱਚ ਪ੍ਰਚਲਿਤ ਹੈ, ਗੁਰੂ ਸਾਹਿਬ ਦੇ ਵੇਲੇ ਪ੍ਰਚਲਿਤ ਸੀ, ਪਹਿਲਾਂ ਤੋਂ ਚੱਲੀ ਆ ਰਹੀ ਸੀ। ਅੱਜ ਵੀ ਦੇਖਦੇ ਹਾਂ ਮਾਘ ਦਾ ਮਹੀਨਾ ਜਦੋਂ ਆਉਂਦਾ ਹੈ ਤੇ ਲੋਕੀ ਬਹੁਤ ਵੱਡੀ ਭਾਵਨਾ ਨਾਲ, ਸ਼ਰਧਾ ਨਾਲ ਇਹਨੂੰ ਮਨਾਉਂਦੇ ਨੇ। ਇਸ ਦਿਹਾੜੇ ਤੇ ਬੜਾ ਕੁਝ ਕਰਦੇ ਨੇ। ਧਾਰਮਿਕ ਸਥਾਨਾਂ ਤੇ, ਤੀਰਥ ਸਥਾਨਾਂ ਤੇ ਜਾਂਦੇ ਨੇ, ਦਾਨ ਪੁੰਨ ਕਰਦੇ ਨੇ, ਤੀਰਥ ਇਸ਼ਨਾਨ ਹੁੰਦਾ। ਮਾਘੀ ਦੇ ਇਸ਼ਨਾਨ ਦੀ ਬੜੀ ਵੱਡੀ ਮਾਨਤਾ ਮੰਨੀ ਗਈ ਹੈ ਤੇ ਇਹ ਰਵਾਇਤ ਸਿੱਖ ਜਗਤ ਵਿੱਚ ਵੀ ਆ ਗਈ। ਸਿੱਖ ਜਗਤ ਵਿੱਚ ਵੀ ਕੁਝ ਸਥਾਨਾਂ ਦੇ ਉੱਪਰ ਮਾਘੀ ਦਾ ਮੇਲਾ ਭਰਦਾ, ਭਾਵ ਜਿੱਥੇ ਦੁਨੀਆ ਮਾਘੀ ਮਨਾਉਂਦੀ ਹੈ। ਮੁਕਤਸਰ ਦੀ ਮਾਘੀ ਸਿੱਖ ਜਗਤ ਵਿੱਚ ਬੜੀ ਮਸ਼ਹੂਰ ਹੈ। ਮਾਘੀ ਮੁਕਤਸਰ ਦੀ, ਹੋਲਾ ਮਹੱਲਾ ਅਨੰਦਪੁਰ ਸਾਹਿਬ ਦਾ, ਸਭਾ ਦਾ ਜੋੜ ਮੇਲਾ ਫਤਿਹਗੜ੍ਹ ਸਾਹਿਬ ਦਾ, ਦੀਵਾਲੀ ਅੰਮ੍ਰਿਤਸਰ ਦੀ। ਇਸ ਤਰ੍ਹਾਂ ਦੇ ਕੁਝ ਰਵਾਇਤਾਂ ਸਾਡੇ ਸਿੱਖ ਜਗਤ ਵਿੱਚ ਪ੍ਰਚਲਿਤ ਹੋ ਗਈਆਂ। ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਹਰ ਉਹ ਵਿਚਾਰ ਲੈ ਕੇ ਆਂਦਾ ਜਿਹੜਾ ਆਮ ਪਬਲਿਕ ਵਾਸਤੇ ਬਹੁਤ ਵੱਡਾ ਚਾਨਣ ਮੁਨਾਰਾ ਹੈ, ਜਿੱਥੋਂ ਆਮ ਲੋਕਾਈ ਨੂੰ ਗਿਆਨ ਮਿਲਦਾ ਹੈ, ਸੱਚ ਮਿਲਦਾ ਹੈ। ਸਾਡੇ ਮਨਾਂ ਦਾ ਭਰਮ, ਅਗਿਆਨ, ਸਾਡੇ ਅੰਦਰਲੀ ਜਿਹੜੀ ਮਨੌਤ ਹੈ ਨਾ, ਕਰਮਕੰਡੀ ਸੋਚ ਵਾਲੀ ਮਨੌਤ, ਉਹ ਮਿਟਦੀ ਹੈ, ਖਤਮ ਹੁੰਦੀ ਹੈ। ਇਸ ਲਈ ਗੁਰੂ ਸਾਹਿਬ ਦੇ ਸ਼ਬਦਾਂ ਦਾ ਜਾਂ ਗੁਰੂ ਸਾਹਿਬ ਦੀ ਬਾਣੀ ਦਾ, ਜਾਂ ਕਹਿ ਲਈਏ ਗੁਰੂ ਸਾਹਿਬ ਦਾ ਹੀ ਕਈ ਥਾਂ ਤੇ ਵਿਰੋਧ ਵੀ ਹੁੰਦਾ ਹੈ। ਉਹਨਾਂ ਨੂੰ ਵਿਰੋਧ ਵੀ ਝੱਲਣਾ ਪਿਆ। ਕਿਉਂਕਿ ਦੁਨੀਆ ਵਿੱਚ ਝੂਠ ਪ੍ਰਚਲਿਤ ਹੈ ਤੇ ਗੁਰੂ ਨਾਨਕ ਦਾ ਘਰ ਸੱਚ ਦੀ ਗੱਲ ਕਰਦਾ ਹੈ। ਲੋਕੀ ਝੂਠ ਨਾਲ ਜੁੜ ਕੇ ਇੰਨੇ ਸਹਿਮਤ ਹੋ ਚੁੱਕੇ ਨੇ, ਉਹਨਾਂ ਨੂੰ ਸੱਚ ਸੁਣਨਾ ਹੀ ਪਸੰਦ ਨਹੀਂ ਹੈ। ਉਹ ਸੱਚ ਦੀ ਗੱਲ ਕਰ ਹੀ ਨਹੀਂ ਸਕਦੇ, ਸੱਚ ਨੂੰ ਸੁਣ ਨਹੀਂ ਸਕਦੇ, ਸੱਚ ਨੂੰ ਸਮਝ ਨਹੀਂ ਸਕਦੇ, ਸੱਚ ਨੂੰ ਮੰਨਣਾ ਨਹੀਂ ਚਾਹੁੰਦੇ। ਜਿਸ ਕਰਕੇ ਕੁਝ ਸਮੱਸਿਆਵਾਂ ਵੱਖ-ਵੱਖ ਸਮਿਆਂ ਦੇ ਉੱਪਰ ਗੁਰੂ ਕਿਆਂ ਨੂੰ ਵੀ ਆਉਂਦੀਆਂ ਰਹੀਆਂ। ਮਹਾਰਾਜ ਜੀ ਨੂੰ ਵੀ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੂੰ ਭੂਤਨਾ ਬਿਤਾਲਾ ਵੀ ਕਹਿਣਾ ਪਿਆ। ਆਪਾਂ ਕੱਲ ਵੀ ਗੱਲ ਕੀਤੀ ਸੀ। ਕਈ ਤਰ੍ਹਾਂ ਦੇ ਕਸ਼ਟ ਸਰੀਰਕ ਤੇ ਮਾਨਸਿਕ ਤੌਰ ਤੇ ਉਹਨਾਂ ਨੂੰ ਕਸ਼ਟ ਦੇਣ ਦੀ ਕੋਸ਼ਿਸ਼ ਕੀਤੀ ਗਈ। ਉਹ
ਦੁਖੀ ਹੋਏ ਜਾਂ ਨਹੀਂ, ਉਹਨਾਂ ਨੇ ਉਹਨੂੰ ਪ੍ਰਭਾਵਿਤ ਕੀਤਾ ਜਿੰਨੀ ਗੱਲ ਵੱਖਰੀ ਹੈ। ਤਾਂ ਗੁਰੂ ਸਾਹਿਬ ਨੇ ਇੱਕ ਨਵੀਂ ਵਿਚਾਰ ਸੰਸਾਰ ਨੂੰ ਦਿੱਤੀ ਵੀ ਜਿਹੜਾ ਧਰਮ ਹੁੰਦਾ ਹੈ ਉਹ ਸਾਡੀ ਆਤਮਾ ਵਾਸਤੇ ਹੁੰਦਾ ਹੈ। ਧਰਮ ਸਾਡੀ ਮਾਨਸਿਕ ਜ਼ਿੰਦਗੀ ਨੂੰ ਸਵਾਰਦਾ ਹੈ। ਧਰਮ ਸਾਨੂੰ ਅਧਿਆਤਮਿਕ ਚਾਨਣ ਦਿੰਦਾ ਹੈ। ਧਰਮ ਸਾਨੂੰ ਗਿਆਨ ਦਿੰਦਾ ਹੈ। ਧਰਮ ਜਦੋਂ ਤੁਹਾਡਾ ਅੰਦਰ ਗਿਆਨ ਨਾਲ, ਚਾਨਣ ਨਾਲ, ਸੱਚ ਨਾਲ ਭਰਦਾ ਹੈ, ਤੁਸੀਂ ਫਿਰ ਸੰਸਾਰੀ ਤੌਰ ਤੇ, ਸਰੀਰਕ ਤੌਰ ਤੇ ਵੀ ਇੱਕ ਵਧੀਆ ਜ਼ਿੰਦਗੀ ਜੀਂਦੇ ਹੋ। ਤੁਸੀਂ ਭਟਕਦੇ ਨਹੀਂ ਹੋ, ਤੁਸੀਂ ਜਣੇ ਖਣੇ ਦੇ ਮਗਰ ਨਹੀਂ ਲੱਗਦੇ ਹੋ, ਤੁਸੀਂ ਕਰਮਕੰਡੀ ਨਹੀਂ ਬਣਦੇ, ਤੁਸੀਂ ਲਕੀਰ ਦੇ ਫਕੀਰ ਨਹੀਂ ਬਣਦੇ, ਤੁਸੀਂ ਹਰ ਗੱਲ ਵਿੱਚ ਤਰਕ ਕਰਨਾ ਸਮਝ ਲੈਂਦੇ ਹੋ, ਤੁਸੀਂ ਅੱਖਾਂ ਮੀਚ ਕੇ ਕਿਸੇ ਦੇ ਮਗਰ ਨਹੀਂ ਲੱਗਦੇ ਹੋ। ਉਹਦੇ ਵਾਸਤੇ ਬਹੁਤ ਜ਼ਿਆਦਾ ਗਿਆਨ ਇਨਸਾਨ ਨੂੰ ਲੈਣਾ ਪਏਗਾ, ਆਪਣੇ ਆਪ ਨੂੰ ਜਾਗਰਿਤ ਕਰਨਾ ਪਏਗਾ। ਤੇ ਗੁਰੂ ਸਾਹਿਬ ਨੇ ਗੁਰਮਤ ਦਾ ਗਿਆਨ ਸਾਨੂੰ ਸ਼ਬਦਾਂ ਦੇ ਰੂਪ ਦੇ ਵਿੱਚ ਅੱਖਰੀ ਜਾਮਾ ਪਹਿਨਾ ਕੇ ਸਾਡੇ ਤੱਕ ਪਹੁੰਚਾਇਆ। ਤੋ ਅੱਜ ਇਹ ਜਿਹੜੇ ਗਿਆਨ ਦੇ ਤੀਰ ਨੇ, ਇਹ ਗੁਰੂ ਸਾਹਿਬ ਨੇ ਅੱਜ ਕਿਵੇਂ ਵਿੰਨ ਕੇ ਮਾਰੇ ਨੇ, ਇਹਦੇ ਚ ਅੱਜ ਸ਼ਬਦ ਚੋਂ ਸਾਨੂੰ ਪਤਾ ਲੱਗੇਗਾ। ਕਹਿੰਦੇ ਮਾਘੀ ਪੁਨੀਤ ਭਈ ਤੀਰਥ ਅੰਤਰ ਜਾਣਿਆ। ਹੁਣ ਆਮ ਤੌਰ ਤੇ ਇਹਨੂੰ ਲੋਕ ਪੜ੍ਹਦੇ ਨੇ ਮਾਘੀ ਪੁਨੀਤ ਹੋ ਗਈ, ਮਾਘੀ ਵਿੱਚ ਪੁਨੀਤ ਹੋ ਗਏ। ਕਈ ਕਹਿੰਦੇ ਮਾਘੀ ਪੁਨੀਤ ਹੋ ਗਈ, ਕਈ ਕਹਿੰਦੇ ਮਾਘੀ ਵਿੱਚ ਪੁਨੀਤ। ਦੂਸਰਾ ਅਰਥ ਜ਼ਿਆਦਾ ਢੁਕਦਾ ਵੀ ਮਾਘ ਦੇ ਮਹੀਨੇ ਵਿੱਚ ਅਸੀਂ ਪੁਨੀਤ ਹੋ ਗਏ। ਭਈ ਸ਼ਬਦ ਆਇਆ, ਭਈ ਸ਼ਬਦ ਦਾ ਅਰਥ ਹੈ ਹੁਣ ਇੱਥੇ ਮਾਘ ਦੇ ਮਹੀਨੇ 'ਚ ਕੁਝ ਪੁਨੀਤ ਹੋਇਆ। ਕੀ ਹੋਇਆ ਉਹਦੇ ਬਾਰੇ ਗੱਲ ਕਰਨੀ ਆਪਾਂ। ਮਾਘੀ ਘੱਗੇ ਨੂੰ ਸਿਹਾਰੀ ਹੈ, ਮਾਘ ਪੜ੍ਹਦੇ ਆਪਾਂ, ਪਰ ਇਹਦਾ ਅਰਥ ਸਾਨੂੰ ਮਾਘੀ ਦੀ ਸੈਂਸ 'ਚ ਲੈਣਾ ਪੈਣਾ। ਮਾਘੀ, ਮਾਘ ਦੇ ਵਿੱਚ ਪੁਨੀਤ ਭਈ। ਪੁਨੀਤ ਦਾ ਅਰਥ ਹੁੰਦਾ ਹੈ, ਇਹਨੂੰ ਇਹ ਕਹਿ ਲਓ, ਗੁਰੂ ਸਾਹਿਬ ਨੇ ਪੁਨੀਤ ਦੀ ਜਦੋਂ ਵਿਆਖਿਆ ਕੀਤੀ, ਸੁਖਮਨੀ ਸਾਹਿਬ ਦੇ ਵਿੱਚੋਂ ਸਾਨੂੰ ਇਹਦੇ ਅਰਥ ਮਿਲਣਗੇ। ਪਵਿੱਤਰ 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 ਪੁਨੀਤ, 3 ਵਾਰ ਪਵਿੱਤਰ ਹੈ ਤਾਂ 1 ਵਾਰ ਜਾ ਕੇ ਪੁਨੀਤ ਹੁੰਦਾ ਹੈ। ਇਹਦਾ ਅਰਥ ਹੈ ਪਵਿੱਤਰ ਹੁੰਦਾ 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 ਬੰਦਾ ਪੁਨੀਤ ਹੋ ਜਾਂਦਾ ਹੈ। ਕਿਉਂਕਿ ਪਵਿੱਤਰ ਹੋਣ ਤੋਂ ਬਾਅਦ ਵੀ ਖਤਰਾ ਬਣਿਆ ਰਹਿੰਦਾ। ਕੋਈ ਕਹੇ ਨਾ ਵੀ ਅਸੀਂ ਪਵਿੱਤਰ ਹੋ ਗਏ, ਸਥਾਨ ਪਵਿੱਤਰ ਹੋ ਗਿਆ, ਉੱਥੇ ਇੱਕ ਖਤਰਾ ਮੰਡਰਾ ਰਿਹਾ, ਉੱਥੇ ਇੱਕ ਡਰ ਹੈ, ਇੱਕ ਸੰਸਾ, ਇੱਕ ਭਰਮ ਹੈ ਕਿ ਫੇਰ ਦੁਬਾਰਾ ਅਪਵਿੱਤਰ ਹੋ ਸਕਦਾ ਹੈ। ਪਵਿੱਤਰ ਅਪਵਿੱਤਰ ਹੋ ਸਕਦਾ ਹੈ, ਪਰ ਪੁਨੀਤ ਅਪੁਨੀਤ ਨਹੀਂ ਹੁੰਦਾ। ਬਸ ਇਹੀ ਫਰਕ ਹੈ ਇਹਦੇ ਵਿੱਚ। ਅਸੀਂ ਪਵਿੱਤਰ ਹੁੰਦਿਆਂ 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 ਪੁਨੀਤ ਹੋਣਾ। ਹੁਣ ਪੁਨੀਤ ਕੀ ਹੋਈ? ਪੁਨੀਤ ਭਈ ਸ਼ਬਦ ਵਰਤਿਆ, ਕੁਝ ਪੁਨੀਤ ਹੋਈ ਆ। ਕੌਣ ਹੋਈ ਆ? ਕੀ ਪੁਨੀਤ ਹੋਈ ਆ? ਜਿਹੜੀ ਬੁੱਧੀ ਆ ਨਾ, ਬੁੱਧੀ ਉਹਦੀ ਘਾੜਤ ਘੜੀ ਗਈ, ਉਹ ਘਟਦਿਆਂ 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 ਪੁਨੀਤ ਅਵਸਥਾ ਨੂੰ ਪ੍ਰਾਪਤ ਹੋ ਗਏ, ਪਵਿੱਤਰ ਤੋਂ ਵੀ ਉੱਪਰ ਲੰਘ ਗਏ। ਪਵਿੱਤਰ ਸ਼ਬਦ ਆਮ ਤੌਰ ਤੇ ਸਰੀਰ ਨਾਲ ਜਾਂ ਮੈਟਰ ਨਾਲ ਜੁੜਦਾ ਹੈ। ਜਿਹੜੀ ਅਧਿਆਤਮਵਾਦ ਦੀ ਗੱਲ ਹੈ ਉਹਦੇ ਵਾਸਤੇ ਸ਼ਬਦ ਪੁਨੀਤ ਜ਼ਿਆਦਾ ਢੁਕਦਾ ਸੀ। ਮਹਾਰਾਜ ਨੇ ਤਾਂ ਇਹ ਸ਼ਬਦ ਵਰਤਿਆ। ਇਹਦੇ ਅਰਥ ਇਸ ਤਰ੍ਹਾਂ ਵੀ ਕੀਤੇ ਨੇ ਕਿ ਜਿਵੇਂ ਆਦ ਵਿਆਦ ਉਪਾਦ 3 ਵਾਰ ਪਵਿੱਤਰ ਹੈ, ਇਹਨਾਂ ਤਿੰਨਾਂ ਤੋਂ ਜਦੋਂ ਉੱਪਰ ਉੱਠਦਾ ਉਦੋਂ ਜਾ ਕੇ ਬੰਦਾ ਪੁਨੀਤ ਹੁੰਦਾ ਹੈ। ਰਜੋ ਤਮੋ ਸਤੋ ਤੋਂ ਜਦੋਂ ਸੁਰਤ ਉੱਪਰ ਉੱਠਦੀ ਉਦੋਂ ਪੁਨੀਤ ਹੋ ਜਾਂਦੀ ਹੈ। ਪੁਨੀਤ ਦਾ ਅਰਥ ਹੈ ਵੀ ਜਿੱਥੇ ਮਲੀਨਤਾ ਨਹੀਂ ਹੈ, ਜਿੱਥੇ ਕੋਈ ਵਿਕਾਰ ਨਹੀਂ, ਜਿੱਥੇ ਕੋਈ ਬੰਧਨ ਨਹੀਂ, ਜਿੱਥੇ ਕੋਈ ਐਬ ਨਹੀਂ, ਜਿੱਥੇ ਰੱਤੀ ਮਾਤਰ ਵੀ ਅਗਿਆਨ ਨਹੀਂ, ਰੱਤੀ ਮਾਤਰ ਵੀ ਭਰਮ ਨਹੀਂ, ਕਿਸੇ ਕਿਸਮ ਦਾ ਡਰ ਨਹੀਂ, ਉਹਨੂੰ ਪੁਨੀਤ ਕਹਿੰਦੇ ਨੇ। ਹੁਣ ਕਹਿਣ ਵਿੱਚ ਬੰਦਾ ਹੀ ਹੈ, ਦਿਖੇਗਾ ਬੰਦਾ ਸਾਨੂੰ ਜੋ ਦਿਸਦਾ ਹੈ, ਪਰ ਉਹ ਬੰਦੇ ਦੇ ਅੰਦਰ ਇੱਕ ਤਬਦੀਲੀ ਹੈ ਜਿਸ ਕਰਕੇ ਅਸੀਂ ਬੰਦੇ ਨੂੰ ਪੁਨੀਤ ਕਹਿ ਰਹੇ ਹਾਂ। ਗੁਰੂ ਸਾਹਿਬ ਸਾਰੇ 10 ਪਾਤਸ਼ਾਹੀਆਂ ਉਹ ਪੁਨੀਤ ਨੇ, ਪਵਿੱਤਰ ਨਹੀਂ ਹੈਗੇ, ਉਹ ਪੁਨੀਤ ਨੇ। ਅਸੀਂ ਹੋ ਸਕਦਾ ਪਵਿੱਤਰ, ਆਪਾਂ ਕਹਿੰਦੇ ਵੀ ਚਲੋ ਵੀ ਉੱਥੇ ਨਹਾ ਲਓ, ਇਸ਼ਨਾਨ ਕਰ ਲਓ, ਪਵਿੱਤਰ ਹੋ ਜਾਾਂਗੇ। ਆਹ ਅਸਥਾਨ ਪਵਿੱਤਰ ਕੀਤਾ ਹੋਇਆ, ਪਵਿੱਤਰਤਾ ਭੰਗ ਹੋ ਗਈ। ਅੱਛਾ ਦੇਖੋ, ਆਹ ਸ਼ਬਦ ਕਈ ਵਾਰੀ ਵਰਤਿਆ ਜਾਂਦਾ ਹੈ ਕਿ ਪਵਿੱਤਰਤਾ ਭੰਗ ਹੋ ਗਈ, ਪਰ ਕਿਸੇ ਨੇ ਇਹ ਨਹੀਂ ਕਿਹਾ ਪੁਨੀਤਤਾ ਭੰਗ ਹੋ ਗਈ, ਕਿਉਂਕਿ ਪੁਨੀਤ ਤੱਕ ਪਹੁੰਚ ਨਹੀਂ ਹੈ ਹਲੇ ਕਿਸੇ ਦੀ। ਪਵਿੱਤਰਤਾ ਨੂੰ ਭੰਗ ਕੀਤਾ ਜਾ ਸਕਦਾ, ਪੁਨੀਤਤਾ ਨੂੰ ਭੰਗ ਨਹੀਂ ਕੀਤਾ ਜਾ ਸਕਦਾ। ਇਹ ਗੁਰੂ ਸਾਹਿਬ ਦੀ ਗੁਰਬਾਣੀ ਦਾ ਇੱਕ ਐਸਾ ਕਹਿ ਲਈਏ ਵੀ ਗੁਰੂ ਸਾਹਿਬ ਦੀ ਸਿੱਖਿਆ ਹੈ, ਮੈਸੇਜ ਹੈ, ਇਹ ਸਿਧਾਂਤ ਹੈ, ਇਹ ਬੜਾ ਔਖਾ ਸਮਝ ਵਿੱਚ ਆਉਂਦਾ ਹੈ,
ਪਰ ਜੇ ਆ ਜਾਵੇ ਤੇ ਹੈ ਬੜਾ ਬਾ ਕਮਾਲ ਹੈ। ਹੁਣ ਕਹਿੰਦੇ ਜਿਹੜੀ ਬੁੱਧੀ ਸੀ ਨਾ, ਅਕਲ, ਉਹ ਪੁਨੀਤ ਹੋ ਗਈ। ਅਕਲ ਪੁਨੀਤ ਹੋਈ, ਔਰ ਧਿਆਨ ਰੱਖਿਓ, ਬੁੱਧੀ, ਮਨ ਪੁਨੀਤ ਹੋ ਗਿਆ ਜਾਂ ਏਦਾਂ ਕਹਿ ਲਓ, ਕਿਉਂਕਿ ਭਈ ਆਇਆ, ਅਸੀਂ ਬੁੱਧੀ ਸ਼ਬਦ ਵਰਤਾਂਗੇ। ਮਨ ਦਾ ਕੀ ਹੁੰਦਾ ਹੈ? ਕੋਈ ਚੀਜ਼ ਵੇਖੀ, ਮਨ ਇੱਕਦਮ ਮੋਹਿਤ ਹੋ ਗਿਆ, ਉਹਨੂੰ ਮਨ ਕਹਿੰਦੇ ਨੇ। ਮਨ ਤੇ ਬੁੱਧੀ ਦਾ ਫਰਕ ਕਿਵੇਂ ਪਤਾ ਕਰੋਗੇ? ਆਂਦਾ ਨਾ, ਕਿਉਂਕਿ ਦੋਨੇ ਸ਼ਬਦ ਗੁਰੂ ਸਾਹਿਬ ਨੇ ਵਰਤੇ ਹੋਏ ਨੇ। ਮੋਹੇ ਪ੍ਰਦੇਸ਼ਨ ਦੂਰ ਤੇ ਆਈ, ਹਉ ਆਇਆ ਦੂਰੋਂ ਚੱਲ ਕੇ। ਹੁਣ ਇਹਨੂੰ ਮਤਲਬ ਜਿਵੇਂ ਆਪਾਂ ਕਹਿੰਦੇ ਆ, ਫੀਮਾਈਨ ਜੈਂਡਰ ਤੇ ਮਸਕੂਲਿਨ ਜੈਂਡਰ ਦੋਨਾਂ ਦੀ ਗੱਲ ਹੋ ਰਹੀ ਹੈ। ਇਸਤਰੀ ਲਿੰਗ ਪੁਲਿੰਗ ਦੋਨਾਂ ਦੀ ਸ਼ਬਦਾਂ ਦੀ ਗੱਲ ਹੋ ਰਹੀ ਹੈ, ਵੀ ਇੱਕ ਪਾਸੇ ਬੰਦਾ ਬੋਲ ਰਿਹਾ, ਇੱਕ ਪਾਸੇ ਬੀਬੀ ਬੋਲ ਰਹੀ ਹੈ। ਹਉ ਆਇਆ ਦੂਰੋਂ ਚੱਲ ਕੇ, ਆਇਆ ਮੀਨਸ ਬੰਦਾ, ਮੋਹੇ ਪ੍ਰਦੇਸ਼ਨ ਦੂਰ ਤੇ ਆਈ, ਬੀਬੀ, ਔਰਤ, ਲੇਡੀਜ਼। ਹੁਣ ਫਰਕ ਕਿਵੇਂ ਲੱਭੂਗਾ ਸਾਨੂੰ ਵੀ ਕਿਹਦੀ ਗੱਲ ਕੀਤੀ ਹੈ? ਇਹ ਚੀਜ਼ ਵੀ ਸਮਝਣ ਵਾਲੀ ਆ। ਜਦੋਂ ਮਨ ਬੋਲਦਾ ਹੈ, ਮਨ ਕਹਿੰਦਾ ਹਉ ਆਇਆ ਦੂਰੋਂ ਚੱਲ ਕੇ। ਜਦੋਂ ਬੁੱਧੀ ਬੋਲੀ ਹੈ, ਬੁੱਧੀ ਕਹਿ ਰਹੀ ਹੈ ਮੋਹੇ ਪ੍ਰਦੇਸ਼ਨ ਦੂਰ ਤੇ ਆਈ। ਆਏ ਦੋਨੇ ਹੀ ਦੂਰੋਂ ਨੇ, ਆਏ ਦੋਨੇ ਹੀ ਦੂਰੋਂ ਨੇ, ਕਿਉਂਕਿ ਇਕੱਠੇ ਹੀ ਰਹਿੰਦੇ ਨੇ ਮਨ ਬੁੱਧੀ। ਹੁਣ ਮਨ ਤੇ ਬੁੱਧੀ ਦਾ ਫਰਕ ਕਿਵੇਂ ਪਤਾ ਕਰੀਏ? ਅਸੀਂ ਕੋਈ ਵਸਤੂ ਵੇਖਦੇ ਹਾਂ, ਬਾਜ਼ਾਰ ਗਏ, ਦੁਨੀਆ 'ਚ, ਬਾਜ਼ਾਰਾਂ 'ਚ ਅਸੀਂ ਤੁਰੇ ਫਿਰਦੇ ਹਾਂ, ਕੋਈ ਵਸਤੂ ਵੇਖੀ, ਵਾਹ ਵਾਹ ਵਾਹ, ਕਿਆ ਬਾਤ ਹੈ, ਕਿੰਨੀ ਸੋਹਣੀ ਚੀਜ਼, ਚਲੋ ਲੈ ਲਈਏ। ਇਹ ਮਨ ਹੈ, ਇਹ ਮਨ ਹੈ। ਆਹ ਕਿੰਨੇ ਸੋਹਣੇ ਕੱਪੜੇ, ਚਲੋ ਲੈ ਲਈਏ। ਕਿੰਨੀਆਂ ਸੋਹਣੀਆਂ ਜੁੱਤੀਆਂ, ਸ਼ੋਰੂਮ ਪੀਸ, ਵਾਹ ਵਾਹ, ਚਲੋ ਲੈ ਲਈਏ, ਚਲੋ ਦੇਖ ਕੇ ਆਈਏ। ਇਹ ਮਨ ਹੈ। ਹੁਣ ਇਹ ਤੋਂ ਬਾਅਦ ਇੱਕ ਬੁੱਧੀ ਹੈ। ਹੁਣ ਬੁੱਧੀ ਤੁਹਾਨੂੰ ਇੱਕ ਗਿਆਨ ਦਊਗੀ, ਉਹ ਤੁਹਾਨੂੰ ਰੋਕੂਗੀ ਵੀ ਨਹੀਂ, ਛੱਡ ਪਰੇ, ਇਹ ਚੋਂ ਨਿਕਲਣਾ ਕੁਛ ਨਹੀਂ, ਕੋਈ ਫਾਇਦਾ ਨਹੀਂ, ਤੇਰੇ ਵਾਸਤੇ ਨਹੀਂ ਹੈ। ਇਹ ਸਿਰਫ ਕਹਿ ਲਈ ਵੀ ਫੋਕੇ ਨੇ, ਜੰਜਾਲ ਨੇ, ਲਾਮ ਝਾਮ ਹੈ। ਇੱਥੇ ਬਸ ਕੁਝ ਕਹਿੰਦੇ ਸਜਾ ਸਜੂ ਕੇ ਰੱਖਿਆ, ਮਹਿੰਗਾ ਬਹੁਤ, ਆਪਾਂ ਨੂੰ ਲੋੜ ਨਹੀਂ। ਇਸ ਤਰ੍ਹਾਂ ਦਾ ਬਾਹਰੋਂ ਵੀ ਬਹੁਤ ਕੁਝ ਮਿਲ ਜੂ, ਅੰਦਰ ਇੱਕ ਕਸ਼ਮਕਸ਼ ਚੱਲਣ ਲੱਗ ਜਾਂਦਾ, ਅੰਦਰ ਸਵਾਲ ਜਵਾਬ ਅੰਦਰ ਹੀ ਅੰਦਰ ਹੁੰਦੇ ਨੇ। ਜਿਹੜੀ ਚੀਜ਼ ਸਮਝਾ ਰਹੀ ਹੈ ਸਾਨੂੰ ਅੰਦਰੋਂ, ਜਿਹੜਾ ਅੰਦਰੋਂ ਗਿਆਨ ਆ ਰਿਹਾ, ਜਿਹੜੀ ਰੋਕ ਰਹੀ ਹੈ, ਅੰਦਰੋਂ ਗਿਆਨ ਵੀ ਦੇ ਰਹੀ ਹੈ ਵੀ ਨਹੀਂ ਨਹੀਂ, ਇਸ ਪਾਸੇ ਨਹੀਂ ਜਾਣਾ, ਹਲੇ ਦੇਖ ਲਾ, ਨੁਕਸਾਨ ਹੋ ਜਾਊਗਾ। ਬੰਦੇ ਨੂੰ ਲੱਗਦਾ ਨਾ ਅੰਦਰ ਅੰਦਰ ਹੀ ਅੰਦਰ ਚੱਲ ਰਿਹਾ ਸਾਰਾ ਕੁਝ। ਉਹਨੂੰ ਬੁੱਧੀ ਕਹਿੰਦੇ ਨੇ। ਬੁੱਧੀ ਹਮੇਸ਼ਾ ਸਮਝ ਕੇ ਫੈਸਲਾ ਕਰਦੀ ਹੈ। ਜਿੰਨੀ ਬੁੱਧੀ ਪ੍ਰਚੰਡ ਹੋਊਗੀ, ਜਿੰਨੀ ਬੁੱਧੀ ਕੋਲ ਅਕਲ ਹੋਊਗੀ, ਜਿੰਨਾ ਭਾਵ ਬੁੱਧੀ ਕੋਲ ਗਿਆਨ ਹੋਊਗਾ, ਉਨੀ ਤੀਖਣਤਾ ਨਾਲੇ ਹਰੇਕ ਗੱਲ ਨੂੰ ਸਮਝ ਕੇ ਉਹਦੇ ਤੇ ਫੈਸਲਾ ਲੈ ਸਕਦੀ ਹੈ। ਉੱਥੇ ਬੰਦਾ ਨਹੀਂ ਭਟਕਦਾ। ਇਸ ਭਾਵ ਨੂੰ ਸਾਨੂੰ ਬਰੀਕੀ ਨਾਲ ਸਮਝ। ਹੁਣ ਇਹ ਸਾਰੀ ਖੇਡ ਸਾਰਿਆਂ ਦੇ ਅੰਦਰ ਚੱਲਦੀ ਹੈ। ਇਸੇ ਨੂੰ ਤਾਂ ਕਿਹਾ ਸੀ ਸਭ ਕੁਝ ਕਰਮ ਹੈ। ਇਹ ਚੀਜ਼ਾਂ ਬਾਹਰ ਨਾ ਹੀ। ਹੁਣ ਨਾ ਮਨ ਬਾਹਰ ਹੈ, ਨਾ ਬੁੱਧੀ ਬਾਹਰ ਹੈ, ਨਾ ਅਕਲ ਬਾਹਰ ਹੈ, ਨਾ ਗਿਆਨ ਬਾਹਰ ਹੈ। ਜਿਹੜਾ ਸਾਨੂੰ ਚਾਹੀਦਾ, ਜਿਹੜਾ ਅੰਦਰੋਂ ਪ੍ਰਗਟ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸਕਾ ਵਿਸ਼ਰਾਮ। ਜਿਹੜਾ ਪ੍ਰਭ ਕਾ ਨਾਮ ਅੰਮ੍ਰਿਤ ਹੈ ਨਾ, ਨੌ ਨਿਧ ਨਵਾਂ ਖਜ਼ਾਨਾ, ਉਹਦਾ ਵਿਸ਼ਰਾਮ, ਵਿਸ਼ਰਾਮ ਦਾ ਅਰਥ ਹੈ ਟਿਕਾਣਾ। ਉਹਦਾ ਟਿਕਾਣਾ ਸਾਡੇ ਅੰਦਰ ਹੈ, ਦੇਹੀ ਦੇ ਅੰਦਰ ਹੈ। ਉੱਥੇ ਤੱਕ ਸਾਡੀ ਪਹੁੰਚ ਹੋਣੀ ਚਾਹੀਦੀ ਹੈ। ਉਹ ਉੱਥੋਂ ਤੱਕ ਪਹੁੰਚਣ ਲਈ ਅਸੀਂ ਗੁਰਬਾਣੀ ਦਾ ਸਹਾਰਾ ਲੈਣਾ। ਇਹ ਗਿਆਨ, ਇਹ ਸੋਝੀ, ਇਹ ਸਮਝ, ਇਹ ਪਕੜ ਤੁਹਾਨੂੰ ਦੁਨੀਆ 'ਚ ਹੋਰ ਕਿਤੋਂ ਨਹੀਂ ਮਿਲੇਗੀ। ਇਹ ਸੋਝੀ ਸਾਨੂੰ ਗੁਰੂ ਤੋਂ ਮਿਲਦੀ ਹੈ। ਗੁਰੂ ਹੈ ਸਾਡਾ ਬਾਣੀ ਗੁਰੂ, ਸ਼ਬਦ ਗੁਰੂ, 10ਵੇਂ ਪਾਤਸ਼ਾਹ ਗਿਆਨ ਗੁਰੂ। 10ਵੇਂ ਪਾਤਸ਼ਾਹ ਕਹਿ ਰਹੇ ਨੇ ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਭੂਤ ਲਗਾ। ਹੁਣ ਗੁਰੂ ਗਿਆਨ ਦੇ ਰਿਹਾ, ਮਨ ਗਿਆਨ ਲੈ ਰਿਹਾ, ਜਾਂ ਬੁੱਧੀ ਨੇ ਗਿਆਨ ਲਿਆ, ਤੇ ਬੁੱਧੀ ਹੋ ਗਈ ਚੇਲਾ। ਜੋ ਬੁੱਧੀ ਨੇ ਸਮਝਿਆ, ਜੋ ਬੁੱਧੀ ਦੀ ਸਮਝ ਵਿੱਚ ਆਇਆ, ਉਹ ਹੋ ਗਿਆ ਗੁਰੂ, ਉਹ ਹੋ ਗਿਆ ਗਿਆਨ। ਇਸੇ ਨੂੰ ਕਿਹਾ ਸੀ ਸ਼ਬਦ ਗੁਰੂ, ਸੁਰਤ ਧੁਨੀ ਚੇਲਾ। ਚਲੋ ਆਪਾਂ ਨੇੜੇ ਆਈਏ। ਕਹਿੰਦੇ ਮਾਘੀ ਦੇ ਅੰਦਰ ਮੇਰੀ ਬੁੱਧੀ ਪੁਨੀਤ ਹੋ ਗਈ। ਕਿਉਂ ਪੁਨੀਤ ਹੋ ਗਈ, ਕਿਵੇਂ ਹੋਈ? ਫਿਰ ਬੰਦਾ ਪੁੱਛਦਾ ਜੀ ਐਸਾ ਕੀ ਹੋ ਗਿਆ ਵੀ ਤੁਸੀਂ ਪੁਨੀਤ ਹੋ ਗਏ? ਪੁਨੀਤ ਦਾ ਅਰਥ ਉਹੀ ਹੈ ਜੋ ਆਪਾਂ ਕੱਲ ਕੀਤਾ ਸੀ, ਕਿ ਪੂਰਨ ਤੌਰ ਤੇ ਨਿਰਮਲ ਹੋ ਜਾਣਾ, ਸਾਰੀ ਮੈਲ ਲੈ ਜਾਣੀ, ਅਗਿਆਨ ਧੋਤਾ ਜਾਣਾ, ਭਰਮ ਮਿਟ ਜਾਣੇ, ਵਹਿਮ ਭਰਮ ਪਖੰਡ ਸਭ ਉੱਡ ਜਾਣੇ। ਹੋਇਆ ਤੇ ਇਸ਼ਨਾਨ ਹੀ ਆ ਨਾ। ਕਹਿੰਦੇ ਪੁਨੀਤ ਇਸ ਤਰ੍ਹਾਂ ਹੋਈ ਹੈ, ਤੀਰਥ ਅੰਤਰ ਜਾਣਿਆ। ਕਹਿੰਦੇ ਅੱਜ ਪਤਾ ਲੱਗ ਗਿਆ ਵੀ ਤੀਰਥ ਅੰਦਰ ਹੁੰਦਾ ਹੈ। ਪਹਿਲਾਂ ਬਾਹਰ ਭਟਕਦੇ ਸੀ, ਅੱਜ ਇਹ ਸਮਝ ਪੈ ਗਈ ਵੀ ਤੀਰਥ ਅੰਦਰ ਸੀ। ਕਹਿੰਦੇ ਅਸੀਂ ਬਾਹਰ ਦੇ ਤੀਰਥਾਂ ਤੇ ਭਟਕਦੇ ਰਹੇ, ਉਮਰਾਂ ਬੀਤ ਗਈਆਂ, 40 ਸਾਲ, 60 ਸਾਲ, 2-2 ਵਾਰ, 3-3 ਵਾਰ ਸਾਲ ਦੇ ਵਿੱਚ ਜਾ ਕੇ ਇਸ਼ਨਾਨ ਕੀਤੇ, ਦਾਨ ਪੁੰਨ ਕੀਤੇ, ਬੜਾ ਕੁਝ ਕੀਤਾ, ਪਰ ਗੱਲ ਨਹੀਂ ਬਣੀ, ਪੁਨੀਤ ਨਹੀਂ ਹੋਏ, ਪਵਿੱਤਰ ਵੀ ਨਹੀਂ ਹੋਏ। ਸਵੇਰੇ ਪਵਿੱਤਰ ਹੁੰਦਾ, ਦੁਪਹਿਰ ਨੂੰ ਜਾ ਕੇ ਬੰਦਾ ਫੇਰ ਮਲੀਨ ਹੋ ਜਾਂਦਾ।
ਮਿੱਟੀ ਘੱਟੇ 'ਚ ਸਾਰਾ ਦਿਨ ਘੁੰਮੋ ਟੂ ਵੀਲਰ ਤੇ, ਆਪਾਂ ਇੰਡੀਆ 'ਚ ਦੇਖੋ ਆ ਕੇ ਕਈ ਵਾਰੀ ਤਾਂ ਗਰਮੀਆਂ 'ਚ 3-3 ਵਾਰੀ ਨਹਾਉਣਾ ਪੈਂਦਾ ਹੈ, ਤੇ ਕਾਹਦੀ ਪਵਿੱਤਰਤਾ ਰਹਿ ਗਈ ਫਿਰ। ਕਹਿੰਦੇ ਅਸਲ 'ਚ ਅਸੀਂ ਪੁਨੀਤ ਹੋਣਾ ਹੈ, ਅਸੀਂ ਪਵਿੱਤਰ ਵੀ ਨਹੀਂ ਹੋਣਾ, ਅਸੀਂ ਸਾਡਾ ਟਾਰਗੇਟ ਪੁਨੀਤ ਹੋਣਾ ਚਾਹੀਦਾ। ਪਵਿੱਤਰਤਾ ਤਾਂ ਇੱਕ ਖਿੰਦ ਦੇ ਵਿੱਚ ਭੰਗ ਹੋ ਜਾਂਦੀ। ਦਰਬਾਰ ਸਾਹਿਬ ਦੀ ਪਵਿੱਤਰਤਾ ਛਾਲ ਮਾਰੀ, ਉਹਨਾਂ ਨੇ ਰੌਲਾ ਪਾ ਲਿਆ, ਕਹਿੰਦੇ ਪਵਿੱਤਰਤਾ ਭੰਗ ਹੋ ਗਈ। ਲੋ ਇੰਨੀ ਕੁ ਪਵਿੱਤਰਤਾ ਸਾਡੀ, ਪਵਿੱਤਰਤਾ ਵੀ ਬੜੀ ਕਮਜ਼ੋਰ ਆ ਸਾਡੀ। ਪੁਨੀਤਤਾ ਦੀ ਅਵਸਥਾ 'ਚ ਸਾਨੂੰ ਅੰਤਰਾਤਮਾ ਤੋਂ ਪਹੁੰਚਣਾ ਪੈਣਾ। ਬਾਹਰ ਦੇਖੋ ਮੈਟਰ ਮਾਇਆ ਅਸਲ 'ਚ ਮਾਇਆ ਕਦੀ ਪਵਿੱਤਰ ਹੁੰਦੀ ਨਹੀਂ, ਪਹਿਲੀ ਗੱਲ ਤਾਂ ਇਹ ਆ। ਜਾਂ ਮਾਇਆ ਵਿੱਚ ਕੁਝ ਵੀ ਨਿਰਮਲ ਨਹੀਂ ਹੁੰਦਾ। ਮਾਇਆ ਸੰਸਾਰ, ਸਰੀਰ, ਮੈਟਰ, ਫਰਸ਼, ਚਾਦਰਾਂ, ਦਰੀਆਂ, ਕੱਪੜਾ, ਲੀੜਾ, ਇਹ ਸਾਰਾ ਕੀ ਹੈ? ਮੈਟਰ, ਮਾਇਆ ਰੂਪ ਹੈ। ਇਹਨੂੰ ਅਸੀਂ ਨਿਰਮਲ ਕਰ ਹੀ ਨਹੀਂ ਸਕਦੇ, ਨਾ ਇਹਨੇ ਹੋਣਾ। ਕਿਉਂ ਨਹੀਂ ਹੋਣਾ? ਕਿਉਂਕਿ ਜਿਹੜੇ ਪਾਣੀ ਨਾਲ ਕਰੋਗੇ, ਪਾਣੀ ਖੁਦ ਮੈਲਾ, ਪਾਣੀ ਮੈਲਾ ਮਾਟੀ ਗੋਰੀ। ਪਾਣੀ ਨੂੰ ਫਿਰ ਝੂਠਾ ਵੀ ਕਿਹਾ, ਪਾਣੀ ਝੂਠਾ, ਗੋਬਰ ਝੂਠਾ, ਝੂਠੀ ਦੀਨੀ ਕਾਰਾਂ, ਚੌਂਕਾ ਝੂਠਾ, ਉਹ ਸਾਰਾ ਆਇਆ ਨਾ ਸ਼ਬਦ ਝੂਠੇ ਵਾਲਾ। ਮਾਤਾ ਝੂਠੀ, ਪਿਤਾ ਝੂਠਾ, ਝੂਠੇ ਹੀ ਫੜ ਲਾਗੇ, ਆਵੇਂ ਝੂਠੇ, ਜਾਹੇ ਪੀ ਝੂਠੇ, ਝੂਠੇ ਮਰੇ ਅਭਾਗੇ, ਕਹੋ ਪੰਡਤ ਸੂਚਾ ਕਵਨ ਠਾਉ, ਜਹਾਂ ਵੈਸੋ ਭੋਜਨ ਖਾਓ, जेबा झूठी, बोलत झूठा, कर्ण नेत्र सब झूठे, इंद्री की झूठ, उत्तर सुनाई ब्रह्म अग्न के लूठे, गोबर झूठा, चौंका झूठा, झूठी दीनी कारा, कह कबीर तेई नर सूचे, साची परी विचारा। इत्थे पुनीतता आउंदी है, वरना सारा कुछ झूठा ही है। पानी भी झूठा है, अग भी झूठी है। ਅਸੀਂ ਫਿਰ ਝੂਠੇ ਨਾਲ, ਝੂਠੀ ਚੀਜ਼ ਨਾਲ ਧੋ ਕੇ ਤੁਸੀਂ ਕਿਸੇ ਨੂੰ ਸੁੱਚਾ ਕਿਵੇਂ ਕਰੋਗੇ? ਪਾਣੀ ਝੂਠਾ, ਪਾਣੀ ਨਾਲ ਅਸੀਂ ਕਿਸੇ ਚੀਜ਼ ਨੂੰ ਧੋ ਕੇ ਕਹਿੰਦੀ ਵੀ ਸੁੱਚੀ ਹੋ ਗਈ, ਉਹ ਹੋ ਜਾਊਗੀ ਸੁੱਚੀ? ਪਹਿਲਾਂ ਤਾਂ ਪਾਣੀ ਨਹੀਂ ਸੁੱਚਾ ਹੈਗਾ। ਦੇਖੋ ਆਪਾਂ ਇਹਨੂੰ ਹੋਰ ਐਗਜ਼ਾਮਪਲ ਨੇੜੇ ਕਰਦੇ ਹਾਂ। ਮੰਨ ਲਓ ਟੂਟੀ ਤੋਂ ਪਾਣੀ ਦਾ ਗਲਾਸ ਭਰ ਲਿਆ, ਹੁਣ ਉਹ ਕਹਿੰਦੇ ਹੱਥ ਧਵਾ ਦਿਓ, ਹੱਥ ਧਵਾਤੇ, ਅਸੀਂ ਹੈਂਡ ਵਾਸ਼ ਕਰ ਲਏ, ਸਾਫ਼ ਕਰ ਲਏ, ਜਾਂ ਟੂਟੀ ਦੇ ਪਾਣੀ ਰਾਹੀਂ ਕਰ ਲਿਆ ਨਾ, ਟੂਟੀ ਥੱਲੇ ਗਏ, ਹੈਂਡ ਵਾਸ਼ ਕਰ ਲਈ। ਇਹਨੂੰ ਆਪਾਂ ਸਮਝਣ ਵਾਸਤੇ ਮੰਨਦੇ ਵੀ ਪਾਣੀ ਸੁੱਚਾ ਸੀਗਾ, ਸਵੱਛ ਸੀ। ਟੂਟੀ ਤੋਂ ਗਲਾਸ ਕੋਈ ਪਾਣੀ ਦਾ ਭਰ ਲਏ, ਪਾਣੀ ਦੀ ਭਰ ਲਏ ਘੁੱਟ, ਗਲਾਸ ਨਾਲ ਪਾਣੀ ਪੀ ਲਿਆ, 2 ਘੁੱਟਾਂ ਭਰ ਲਈਆਂ, ਹੁਣ ਪਿੱਛੇ ਜਿਹੜਾ ਪਾਣੀ ਬਚਿਆ ਉਹਦੇ ਨਾਲ ਕੋਈ ਹੱਥ ਧਵਾਏ ਧੋ ਲਾਂਗੇ? ਕਿ ਅਸੀਂ ਮੰਨ ਲਾਂਗੇ ਵੀ ਹੁਣ ਧੋ ਕੇ ਹੱਥ ਸਾਡੇ ਸੁੱਚੇ ਹੋ ਗਏ? ਆਪਾਂ ਕੀ ਕਹਾਂਗੇ? ਨਹੀਂ ਭਾਈ, ਪਾਣੀ ਝੂਠਾ ਹੈ, ਇਹਦੇ ਨਾਲ ਨਹੀਂ, ਸੁੱਚਾ ਪਾਣੀ ਲੈ ਕੇ। ਹੁਣ ਗੁਰਬਾਣੀ ਸਾਰੇ ਹੀ ਪਾਣੀ ਨੂੰ ਝੂਠਾ ਮੰਨ ਰਹੀ ਹੈ, ਤੇ ਫਿਰ ਝੂਠੇ ਪਾਣੀ ਨਾਲ ਤੁਸੀਂ ਜੋ ਕੁਝ ਧੋਂਦੇ ਹੋ ਝੂਠਾ ਹੀ ਰਹਿੰਦਾ, ਸੁੱਚਾ ਨਹੀਂ ਹੋ ਸਕਦਾ, ਉਹਨੇ ਪਵਿੱਤਰ ਨਹੀਂ ਹੋਣਾ ਕਦੇ ਵੀ। ਹਾਂ, ਇਹ ਸਾਡੇ ਕਹਿਣ ਦੀਆਂ ਗੱਲਾਂ ਨੇ, ਅਸੀਂ ਇਹ ਸ਼ਬਦਾਵਲੀ ਘੜੀ ਹੋਈ ਹੈ ਵੀ ਚਲੋ ਉਹਦਾ ਅਰਥ ਇਹ ਹੁੰਦਾ ਹੈ ਵੀ ਅਸੀਂ ਬਾਕੀ ਆਮ ਅਸਥਾਨ ਨਾਲੋਂ, ਆਮ ਟਿਕਾਣੇ ਨਾਲੋਂ ਉਹਨੂੰ ਬਹੁਤ ਜ਼ਿਆਦਾ ਸਵੱਛ ਰੱਖਿਆ, ਸਫਾਈ ਨਾਲ ਰੱਖਿਆ, ਉੱਥੇ ਬਹੁਤ ਜ਼ਿਆਦਾ ਕਲੀਨ ਰੱਖਿਆ ਏਰੀਏ ਨੂੰ, ਹਨਾ। ਅਸੀਂ ਉੱਥੇ ਕੋਈ ਆਮ ਗੰਦਗੀ ਨਹੀਂ ਹੈਗੀ, ਗੰਦੇ ਪੈਰ ਨਹੀਂ ਹੈਗੇ ਉੱਥੇ, ਹਰ ਬੰਦਾ ਪੈਰ ਧੋ ਕੇ ਜਾ ਰਿਹਾ ਜੀ। ਉੱਥੇ ਆਲੇ ਦੁਆਲੇ ਸਾਫ਼ ਸਫਾਈ ਦਾ, 에ਅਰ ਕਲੀਨਿੰਗ ਕਰੀ ਹੋਈ ਆ, ਇਸ ਕਰਕੇ ਉਹਨੂੰ ਅਸੀਂ ਬਾਕੀਆਂ ਨਾਲੋਂ ਸਵੱਛ ਕਹਿ ਸਕਦੇ ਹਾਂ। ਚਲੋ ਗੁਰੂ ਸਾਹਿਬ ਦਾ ਪ੍ਰਕਾਸ਼ ਹੋ ਗਿਆ, ਬਾਣੀ ਚੱਲਦੀ ਹੈ, ਧਾਰਮਿਕ ਤੌਰ ਤੇ ਅਸੀਂ ਪਵਿੱਤਰ ਵੀ ਕਹਿ ਦਿੰਦੇ ਹਾਂ। ਪਰ ਜਿਹੜੀ ਗੱਲ ਗੁਰਬਾਣੀ ਕਰ ਰਹੀ ਹੈ ਉੱਥੇ ਤੇ ਅਸੀਂ ਪਹੁੰਚੇ ਹੀ ਨਹੀਂ ਹਲੇ। ਬਾਣੀ ਕਹਿ ਰਹੀ ਅਸੀਂ ਪੁਨੀਤ ਹੋਣਾ, ਪੁਨੀਤ ਆਤਮਾ ਨੇ ਹੋਣਾ, ਪੁਨੀਤ ਬੁੱਧੀ ਨੇ ਹੋਣਾ। ਪੁਨੀਤ ਸ਼ਬਦ ਸਾਡੀ ਪਕੜ ਚ ਨਹੀਂ ਆ ਰਿਹਾ, ਪੁਨੀਤ ਵਾਲੇ ਪਾਸੇ ਅਸੀਂ ਤੁਰ ਨਹੀਂ ਰਹੇ। ਅਸੀਂ ਤਾਂ ਨਹਾ ਕੇ ਕਹਿ ਦਿੰਦੇ ਪਵਿੱਤਰ ਹੋ ਗਏ, ਗੰਗਾ ਇਸ਼ਨਾਨ ਕਰਿਆ ਪਵਿੱਤਰ ਹੋ ਗਏ, ਜਮਨਾ ਕਰਿਆ ਉੱਥੇ ਪਵਿੱਤਰ ਹੋ ਗਏ, ਕੱਲ ਗੱਲ ਚੱਲੀ ਸੀ ਵੀ ਬੌਲੀ ਕਰਿਆ ਉੱਥੇ ਪਵਿੱਤਰ ਹੋ ਗਏ, ਚੌਥਾ ਕਹਿੰਦਾ ਮੈਂ ਅੰਮ੍ਰਿਤਸਰ ਜਾ ਉੱਥੇ ਪਵਿੱਤਰ ਹੋ ਗਿਆ, ਇੱਕ ਕਹਿੰਦਾ ਮੈਂ ਹੇਮਕੁੰਟ ਜਾ ਮੈਂ ਉੱਥੇ ਪਵਿੱਤਰ ਹੋ ਗਿਆ। ਕੰਮ ਸਾਰੀ ਫੇਰ ਝੂਠੇ ਨੇ, ਝੂਠ ਨਹੀਂ ਛੱਡਿਆ, ਨਿੰਦਾ ਨਹੀਂ ਛੱਡੀ, ਚੁਗਲੀ ਨਹੀਂ ਛੱਡੀ, ਪਰਾਈਤਾਤ ਨਹੀਂ ਛੱਡੀ, ਈਰਖਾ ਨਹੀਂ ਛੱਡੀ, ਨਫ਼ਰਤ ਨਹੀਂ ਛੱਡੀ, ਵੈਰ ਵਿਰੋਧ ਨਹੀਂ ਛੱਡਿਆ, ਠੱਗੀ ਠੋਰੀ, ਫੇਰਾ ਫੇਰੀ, ਬੇਈਮਾਨੀ, ਕਰਪਸ਼ਨ, ਸਾਰਾ ਕੁਝ ਕਰੀ ਜਾਂਦੇ, ਹਲੇ ਪਵਿੱਤਰ ਹੋ ਗਏ। ਹੱਦ ਹੋ ਗਈ, ਇਹ ਕਿਹੜੀ ਪਵਿੱਤਰਤਾ ਹੋ ਗਈ ਬਈ? ਉਹ ਸਾਨੂੰ ਅੰਦਰਲਾ ਤੀਰਥ ਪਵਿੱਤਰ ਕਰੂਗਾ, ਪੁਨੀਤ ਕਰੂਗਾ। ਉਹ ਪਵਿੱਤਰ ਵੀ ਨਹੀਂ, ਸਿੱਧਾ ਪੁਨੀਤ ਹੀ ਕਰਦਾ ਹੈ। ਅੰਤਰ ਆਤਮਾ ਨਾਲ ਜਦੋਂ ਜੁੜਦੇ ਹੋ ਤੁਹਾਨੂੰ ਪੁਨੀਤ ਕਰ ਦਿੰਦੀ ਹੈ। ਇਹਨੂੰ ਕਹਿੰਦੇ ਨੇ ਮਾਘ ਪੁਨੀਤ ਭਈ। ਉਦੋਂ ਭਈ ਜਦੋਂ ਤੀਰਥ ਅੰਤਰ ਜਾਣੇ ਆ, ਪਤਾ ਲੱਗਾ ਤੀਰਥ ਅੰਦਰ ਹੁੰਦਾ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ। ਸ਼ਬਦ ਦੀ ਵਿਚਾਰ ਜੋ ਮੇਰੇ ਅੰਦਰ ਗਿਆਨ ਪ੍ਰਗਟ ਕਰਦੀ ਹੈ, ਪੈਦਾ ਕਰਦੀ ਹੈ, ਉਹ ਮੇਰੇ ਵਾਸਤੇ ਤੀਰਥ ਹੁੰਦਾ ਹੈ। ਮਨ ਦਾ ਤੀਰਥ ਗਿਆਨ ਹੈ,
ਤਨ ਦਾ ਤੀਰਥ ਬਾਹਰ ਬਹੁਤ ਬਣੇ ਹੋਏ ਨੇ। ਇਹਦਾ ਅਰਥ ਹੈ ਵੀ ਜਿਵੇਂ ਬਾਹਰ ਲੋਕਾਂ ਨੇ ਤੀਰਥ ਬਣਾਏ ਨੇ ਨਹਾਉਣ ਵਾਸਤੇ, ਇਸ਼ਨਾਨ ਕਰਨ ਵਾਸਤੇ, ਗੁਰੂ ਕਹਿੰਦੇ ਨੇ ਵੀ ਸੱਚਾ ਤੀਰਥ ਤੇਰੇ ਅੰਦਰ ਹੀ ਹੈ। ਸਾਚਾ ਨਹਾਵਣ ਗੁਰ ਕੀ ਸੇਵਾ। ਸੱਚਾ ਇਸ਼ਨਾਨ ਕੀ ਹੈ? ਕਹਿੰਦੇ ਗੁਰ ਦੀ ਸੇਵਾ ਕਰ ਲੈ, ਇਹੀ ਸੱਚਾ ਇਸ਼ਨਾਨ ਹੈ ਤੇਰੇ ਵਾਸਤੇ। ਗੁਰ ਸੇਵਾ ਗੁਰ ਸ਼ਬਦ ਵਿਚਾਰ। ਤਾਂ ਹੁਣ ਬੁੱਧੀ ਜਦੋਂ ਪੁਨੀਤ ਹੋਈ, ਕਹਿੰਦੇ ਤੀਰਥ ਅੰਤਰ ਜਾਣਿਆ। ਹੁਣ ਬੁੱਧੀ ਨੂੰ ਪਤਾ ਲੱਗ ਗਿਆ ਵੀ ਤੀਰਥ ਮੇਰੇ ਅੰਦਰ ਹੈ। ਤੀਰਥ ਹਮਰਾ ਹਰ ਕੋ ਨਾਮ, ਆ ਤੀਰਥ ਹੈ। ਲੋ ਬਿਲਕੁਲ ਕਲੀਅਰ ਹੋ ਗਿਆ। ਬੁੱਧੀ ਦਾ ਤੀਰਥ, ਆਤਮਾ ਦਾ ਤੀਰਥ ਕੀ ਹੈ? ਤੀਰਥ ਹਮਰਾ ਹਰ ਕੋ ਨਾਮ, ਕਹਿੰਦੇ ਹਰੀ ਦਾ ਨਾਮ ਹੀ ਮੇਰੇ ਵਾਸਤੇ ਤੀਰਥ ਹੈ। ਮੇਰਾ ਕੌਣ ਹੈ? ਹੁਣ ਮੇਰਾ ਮਨ ਹੈ ਜੋ ਬੋਲ ਰਿਹਾ। ਬੋਲਣ ਵਾਲਾ ਕੌਣ ਹੈ? ਮਨ। ਮਨ ਨੂੰ ਸਮਝ ਪੈ ਗਈ ਵੀ ਤੀਰਥ ਮੇਰਾ ਅੰਦਰ ਹੈ। ਪਹਿਲਾਂ ਬਾਹਰ ਲੱਭਦਾ ਸੀਗਾ, ਹੁਣ ਗਿਆਨ ਹੋ ਗਿਆ ਨਾ, ਸਮਝ ਆ ਗਈ। ਇਹਨੂੰ ਕਹਿੰਦੇ ਨੇ ਅੱਖਾਂ ਖੁੱਲ ਗਈਆਂ, ਬੁੱਧੀ ਜਾਗ ਗਈ। ਉਹ ਕਹਿੰਦੇ ਹੁਣ ਨਹੀਂ ਭਟਕਣਾ, ਹੁਣ ਅੰਦਰਲੇ ਤੀਰਥ ਨਾਲ ਜੁੜ ਕੇ ਚੱਲਾਂਗੇ। ਕਿਉਂ? ਅੰਦਰਲਾ ਤੀਰਥ ਸਾਨੂੰ ਪੁਨੀਤ ਕਰਦਾ ਹੈ। ਮਾਘ ਹੀ ਘੱਗੇ ਨੂੰ ਸਿਆਰੀ ਦਾ ਅਰਥ ਹੈ ਮਾਘ ਵਿੱਚ ਪੁਨੀਤ ਭਈ ਤੀਰਥ ਅੰਤਰ ਜਾਣਿਆ। ਫਿਰ ਕੀ ਹੋਇਆ? ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ। ਜਿਹੜਾ ਸਾਜਨ ਸੀ ਨਾ, ਸਾਜਨ ਅਜੋ ਬੜੇ ਸਹਿਜ ਸੁਭਾਏ ਮਿਲਿਆ। ਸਹਿਜ ਸੁਭਾਏ, ਸਹਿਜ ਸਹਿਜ ਮਿਲੇ। ਸਹਿਜ ਦਾ ਅਰਥ ਹੁੰਦਾ ਜੀ ਟਿਕਾ ਦੀ ਅਵਸਥਾ। ਟਿਕਾ ਦੀ ਅਵਸਥਾ, ਟਿਕਿਆ ਹੋਏ ਨੂੰ ਸਹਿਜ ਸਹਿਜ ਕਹਿੰਦੇ ਨੇ। ਸਹਿਜ ਵਿੱਚ ਆ ਗਿਆ, ਮਨ ਟਿਕ ਗਿਆ। ਪਰ ਕਮਾਲ ਦੀ ਗੱਲ ਹੈ ਵੀ ਦੇਖੋ ਸਾਡੀ ਕੌਮ ਨਾ, ਆਪਾਂ ਫੇਰ ਉਹੀ ਗੱਲ ਆ ਜਾਂਦੀ ਵੀ ਕਿੱਡੇ ਸਾਡੀ ਤਰਾਸਦੀ ਹੈ, ਦੁੱਖ ਭਰੀ ਗੱਲ ਹੈ। ਇਹ ਅਰਥ ਕਟਿੰਗ ਕਰਨ ਵਾਲੇ ਲੋਕਾਂ ਨਾਲ ਜੋੜ ਦਿੱਤਾ। ਇਹ ਸਹਿਜਧਾਰੀ ਸਿੱਖ ਹੈ ਜੀ, ਵਾਲ ਕੱਟਦਾ ਤੇ ਸਹਿਜਧਾਰੀ ਹੈ। ਹੱਦ ਹੋ ਗਈ। ਇਹ ਕਿਹੜਾ ਸਹਿਜ ਆ ਵੀ ਉਹ ਕਟਿੰਗ ਕਰ ਰਿਹਾ ਤੇ ਸਹਿਜ ਆ ਗਿਆ? ਸਹਿਜਧਾਰੀ ਹਿੰਦੂ ਨਹੀਂ ਹੋਇਆ, ਸਹਿਜਧਾਰੀ ਮੁਸਲਿਮ ਨਹੀਂ, ਸਹਿਜਧਾਰੀ ਜੈਨੀ ਨਹੀਂ, ਸਹਿਜਧਾਰੀ ਬੁੱਧੀ ਨਹੀਂ, ਸਹਿਜਧਾਰੀ ਸਿੱਖ। ਪਹਿਲਾਂ ਸਹਿਜ ਦੇ ਅਰਥ ਤੇ ਪਤਾ ਕਰੋ ਵੀ ਹੁੰਦੇ ਕੀ ਨੇ। ਹੁਣ ਮਨ ਟਿਕਦਾ ਕਦੋਂ? ਜਦੋਂ ਮਨ ਨੂੰ ਗਿਆਨ ਹੁੰਦਾ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਗਿਆਨ ਤੋਂ ਬਿਨਾਂ ਮਨ ਟਿਕ ਹੀ ਨਹੀਂ ਸਕਦਾ। ਜਿੰਨਾ ਚਿਰ ਮਨ ਨੂੰ ਸਮਝ ਨਹੀਂ ਹੈ, ਇਹਦੀ ਬੁੱਧੀ ਜਾਗਰਤ ਨਹੀਂ, ਇਹਨੂੰ ਗਿਆਨ ਨਹੀਂ, ਕਿਵੇਂ ਟਿਕੇਗਾ? ਗਿਆਨ ਟਿਕਾਉਂਦਾ ਹੈ, ਉਪਦੇਸ਼ ਟਿਕਾਉਂਦਾ ਹੈ, ਸਿੱਖਿਆ ਟਿਕਾਉਂਦੀ ਹੈ ਮਨ ਨੂੰ। ਇਹਦਾ ਅਰਥ ਸਿੱਖਿਆ ਵੀ ਕਰ ਲਓ, ਗਿਆਨ ਕਰ ਲਓ, ਉਪਦੇਸ਼ ਕਰ ਲਓ ਜਾਂ ਟਿਕਾ ਕਰ ਲਓ, ਇੱਕੋ ਹੀ ਗੱਲ ਹੈ। ਉਸ ਚੀਜ਼ ਨੂੰ ਸਮਝਣਾ, ਬਸ ਭਾਵ ਸਮਝੋ। ਕਹਿੰਦੇ ਜਦੋਂ ਮੈਨੂੰ ਮਨ ਮੇਰਾ ਟਿਕ ਗਿਆ, ਗੁਰੂ ਉਪਦੇਸ਼ ਲੈ ਕੇ, ਗੁਰੂ ਦੀ ਮੱਤ ਲੈ ਕੇ, ਮੈਨੂੰ ਸਾਜਨ ਮਿਲ ਗਿਆ। ਸਾਜਨ ਦੌੜ ਕੇ ਨਹੀਂ ਮਿਲਦਾ, ਸਾਜਨ ਭਟਕ ਕੇ ਨਹੀਂ ਮਿਲਦਾ, ਸਾਜਨ ਤੀਰਥਾਂ ਤੇ ਜਾ ਕੇ ਨਹੀਂ ਮਿਲਦਾ, ਸਾਜਨ ਨਹਾ ਕੇ ਨਹੀਂ ਮਿਲਦਾ। ਇੱਕ ਜਗਨ ਦੇ ਨਾ ਲਹਿਨ, ਇੱਕ ਨਾ ਸੁੱਤਿਆਂ ਦੇ ਉਠਾਲ। ਸਾਰੀ ਸਾਰੀ ਰਾਤ ਬੰਦਾ ਕਹੇ ਮੈਂ ਜਾਗ ਰਿਹਾ ਜੀ, ਸਮਾਧੀ ਲਾਈ ਹੋਈ ਹੈ, ਕਹਿੰਦੇ ਤਾਂ ਵੀ ਨਹੀਂ ਮਿਲਦਾ। ਜਦੋਂ ਮਿਲਦਾ ਇੱਕ ਸੁੱਤੇ ਪਏ ਨੂੰ ਵੀ ਮਿਲ ਲੈਂਦਾ, ਕਿ ਸੁੱਤੇ ਨੂੰ ਉਠਾ ਲੈਂਦਾ ਕਿ। ਸਾਜਨ ਸਹਿਜ ਮਿਲੇ। ਮੇਰਾ ਸਾਜਨ ਜਿਹੜਾ ਮੇਰਾ ਖੋਇਆ ਹੋਇਆ ਸੀ, ਜਿਹਨੂੰ ਮੈਂ ਭੁੱਲੀ ਬੈਠਾ ਸੀ, ਮੇਰਾ ਮੂਲ, ਮੇਰਾ ਅੰਤਰ-ਆਤਮਾ, ਮੇਰਾ ਰਾਮ, ਉਹ ਮਿਲਿਆ ਮੈਨੂੰ। ਉਹਦੀ ਸੋਝੀ ਹੋ ਗਈ। ਮਿਲੇ ਦਾ ਅਰਥ ਉਹਦੀ ਸੋਝੀ ਹੋ ਗਈ, ਉਹਦੇ ਬਾਰੇ ਸਮਝ ਪੈ ਗਈ। ਗੁਣ ਗਹਿ ਅੰਕ ਸਮਾਨਿਆ। ਕਹਿੰਦੇ ਹੁਣ ਗੁਣਾਂ ਨੂੰ ਗ੍ਰਹਿਣ ਕੀਤਾ ਤੇ ਉਹਦੇ ਅੰਗ ਚ ਸਮਾ ਗਏ, ਉਹਦਾ ਰੂਪ ਹੋ ਗਏ। ਮਿਲਿਆ ਕਿਵੇਂ? ਗੁਣ ਗਹਿ, ਜਿਹੜੇ ਗੁਣ ਸੀ ਨਾ ਸਾਜਨ ਦੇ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਇਹ ਜਿਹੜੇ ਗੁਣ ਸੀ, ਸ਼ੀਤਲਤਾ, ਨਿਰਮਲਤਾ, ਮਿੱਠ ਬੋਲੜਾ, ਹੋਰ ਪਤਾ ਨਹੀਂ ਉਹਦੇ ਹੁਣ ਕਿੰਨੇ ਗੁਣ ਨੇ। ਕਹਿੰਦੇ ਤੇਰੇ ਕਰੋੜਾਂ ਹੀ ਗੁਣ ਨੇ। ਬੇਅੰਤਾ ਬੇਅੰਤ ਗੁਣ ਤੇਰੇ ਕਿਤ ਗਾਵ। ਉਹ ਸਾਰੇ ਗੁਣ ਗਹਿ, ਗਹਿ ਦਾ ਅਰਥ ਹੈ ਪਕੜੇ, ਪਕੜੇ ਦਾ ਅਰਥ ਹੈ ਸਮਝ ਆ ਗਏ। ਬੁੱਧੀ ਨੇ ਪਕੜ ਲਏ, ਬੁੱਧੀ ਨੇ ਸਮਝ ਲਏ, ਗਿਆਨ ਹੋ ਗਿਆ ਉਹਨਾਂ ਬਾਰੇ। ਅੰਕ ਸਮਾਨਿਆ, ਉਹਦੇ ਅੰਗ ਵਿੱਚ ਸਮਾ ਗਏ। ਜਿਵੇਂ ਲੈਣਾ ਜੀ ਜਦੋਂ ਗੁਰੂ ਨਾਨਕ ਦੇਵ ਜੀ ਵਿੱਚ ਸਮਾ ਗਏ, ਉਹ ਅੰਗ 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 ਤੋਂ ਲੱਗ ਗਏ, ਅੰਗ ਅੰਗ ਤੋਂ ਜੁੜ ਗਏ, ਉਹ ਅੰਗਦ ਬਣ ਗਏ। ਇਸੇ ਤਰ੍ਹਾਂ ਕਹਿੰਦੇ ਅੰਕ ਸਮਾਨਿਆ, ਅੰਕ ਅੰਕ ਕਰਕੇ ਸਮਾ ਗਿਆ। ਮੈਂ ਇੱਕ ਇੱਕ ਆਪਣੇ ਰੋਮ ਰੋਮ ਤੋਂ ਮੈਂ ਗੁਰੂ ਦਾ ਹੋ ਗਿਆ। ਮੇਰਾ ਰੋਮ ਰੋਮ ਮੇਰੇ ਮੂਲ ਚ ਸਮਾ ਗਿਆ, ਮੇਰੇ ਆਪਣੇ ਅੰਤਰ-ਆਤਮਾ ਦੀ ਸੋਝੀ ਹੋ ਗਈ। ਇਹਨੂੰ ਕਹਿੰਦੇ ਨੇ ਸਾਜਨ ਸਹਿਜ ਮਿਲੇ, ਗੁਣ ਗਹਿ, ਗੁਣ ਗ੍ਰਹਿਣ ਕਰਕੇ, ਗੁਣਾਂ ਨੂੰ ਸਮਝ ਕੇ, ਅੰਕ ਸਮਾਨਿਆ, ਅੰਗ ਅੰਗ ਤੋਂ ਸਮਾ ਗਿਆ। ਭਾਵ ਕਿ ਵੀ ਕੋਈ ਫਰਕ ਨਹੀਂ ਰਹਿ ਗਿਆ। ਗੱਲ ਇਹ ਆ ਬਸ, ਕੋਈ ਵਖਰੇਵਾ ਨਹੀਂ ਰਹਿ ਗਿਆ, ਘਾਟ ਵੱਧ ਨਹੀਂ ਰਹਿ ਗਈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਿਕ ਕਟਕ ਜਲ ਤਰੰਗ ਜੈਸਾ ਦੀ ਅਵਸਥਾ ਬਣ ਗਈ। ਪ੍ਰੀਤਮ ਗੁਣ ਅੰਕੇ, ਸੁਣ ਪ੍ਰਭ ਬੰਕੇ, ਤੁਧ ਭਾਵਾ ਸਰਨ ਹਾਵਾ। ਹੁਣ ਕਹਿੰਦੇ ਵੀ, ਕਹਿੰਦੇ ਸਰ ਦਾ ਅਰਥ ਹੁੰਦਾ ਸਰੋਵਰ, ਵੀ ਜੇ ਤੈਨੂੰ ਭਾਵੇ ਸਰੋਵਰ ਤੇ ਮੈਂ ਤਾਂ ਨਾਵਾਂ। ਇਹਦੇ ਦੋਨੇ ਅਰਥ ਬਣਦੇ ਨੇ। ਹੁਣ ਇਹਦਾ ਬਾਹਰੀ ਅਰਥ ਵੀ ਬਣਦਾ। ਇੱਥੇ ਤਾਂ ਸਵਾਲ ਆ ਜਾਏਗਾ ਨਾ
ਵੀ ਜੇ ਪਾਤਸ਼ਾਹ ਤੂੰ ਕਹੇ, ਤੇਰੀ ਪ੍ਰਵਾਨਗੀ ਹੋਵੇ, ਤੈਨੂੰ ਚੰਗਾ ਲੱਗੇ ਤਾਂ ਮੈਂ ਬਾਹਰ ਜਾ ਕੇ ਨਹਾਵਾਂ। ਜੇ ਤੇਰੇ ਬਾਹਰ ਨਹਾਉਣਾ ਤੇਰੀ ਗੁਰਮਤ ਤੋਂ, ਤੇਰੇ ਹੁਕਮ ਤੋਂ ਵਿਰੁੱਧ ਆ, ਫਿਰ ਮੈਂ ਕੀ ਕਰਨਾ ਨਹਾਉਣ ਜਾ ਕੇ, ਬਾਹਰ ਜਾ ਕੇ ਤੀਰਥਾਂ ਤੇ ਭਟਕਦਾ ਫਿਰਾਂ ਮੈਂ? ਨਹੀਂ, ਕਹਿੰਦੇ ਮੈਂ ਜਿਹੜਾ ਪ੍ਰੀਤਮ ਗੁਣਾ ਨਾਲ ਭਰਿਆ ਹੋਇਆ ਤੇ ਉਹਨੂੰ ਮੈਂ ਬੇਨਤੀ ਕਰ ਰਿਹਾ, ਸੁਣ ਪ੍ਰਭ ਬੰਕੇ। ਮੇਰੇ ਬੰਕੇ ਦਾ ਅਰਥ ਹੁੰਦਾ ਸੋਹਣਾ। हे ਮੇਰੇ ਬੰਕੇ ਪ੍ਰਭੂ, ਮੇਰੇ ਸੁੰਦਰ ਪ੍ਰਭੂ, ਮੇਰੇ ਮਾਲਕ ਜੀ, ਗੁਣਾਂ ਦੇ ਤੁਸੀਂ ਖਜ਼ਾਨੇ ਹੋ, ਮੇਰੀ ਬੇਨਤੀ ਸੁਣੋ। ਤੁਧ ਭਾਵਾਂ ਸਰਨਾਵਾਂ, ਜੇ ਤੁਹਾਨੂੰ ਭਾਵੇ ਤਾਂ ਮੈਂ ਅੰਤਰਾਤਮਾ ਦੇ ਸਰੋਵਰ ਚ ਨਹਾਵਾਂ। ਇਹਦਾ ਅਰਥ ਇਹ ਵੀ ਬਣ ਜਾਊਗਾ ਵੀ ਜੇ ਤੈਨੂੰ ਭਾਊਗਾ ਨਾ, ਤੇਰਾ ਹੁਕਮ ਹੋਊਗਾ, ਤਾਂ ਮੈਂ ਸਰੋਵਰ ਚ ਨਹਾ ਸਕਦਾ, ਗਿਆਨ ਦੇ ਸਰੋਵਰ ਚ। ਫਿਰ ਮੈਂ ਰੋਜ਼ ਇਸ਼ਨਾਨ ਕਰ ਸਕਦਾ, ਰੋਜ਼ ਮੈਨੂੰ ਮੱਤ ਆ ਸਕਦੀ ਹੈ, ਰੋਜ਼ ਮੇਰਾ ਮਨ ਤੇਰੇ ਤੋਂ ਸਿੱਖਿਆ ਲੈ ਸਕਦਾ ਹੈ। ਗੰਗ ਜਮਨ ਤਹਿ ਬੇਣੀ, ਸੰਗਮ ਸਾਤ ਸਮੁੰਦ ਸਮਾਵਾ। ਕਹਿੰਦੇ ਜੇ ਤੇਰੇ ਨਾਮ ਦੇ ਸਰੋਵਰ ਚ ਇਸ਼ਨਾਨ ਕਰੀਏ ਨਾ, ਗਿਆਨ ਦੇ ਸਰੋਵਰ ਚ, ਤੇਰੀ ਮੱਤ ਨੂੰ ਮੈਂ ਗ੍ਰਹਿਣ ਕਰਾਂ, ਤੇ ਮੇਰੇ ਵਾਸਤੇ ਤੇਰੇ ਨਾਲ ਜੁੜਨਾ ਹੀ ਗੰਗਾ ਜਮਨਾ ਤ੍ਰਿਵੇਣੀ ਦਾ ਸੰਗਮ ਬਣ ਜਾਂਦਾ ਹੈ। ਗੰਗ ਜਮਨ ਤ੍ਰਿਵੇਣੀ, ਤ੍ਰਿਵੇਣੀ ਆਪਾਂ ਕਹਿੰਦੇ ਤਿੰਨਾਂ, ਗੰਗਾ ਜਮਨਾ ਸਰਸਵਤੀ, ਜਿੱਥੇ ਮਿਲਦੀਆਂ ਨੇ ਪ੍ਰਯਾਗਰਾਜ ਦੇ ਵਿੱਚ, ਉੱਥੇ ਇਹਨੂੰ ਸੰਗਮ ਕਿਹਾ ਜਾਂਦਾ, ਤ੍ਰਿਵੇਣੀ ਸੰਗਮ। ਗੰਗਾ ਵੈਸੇ ਗੁਰਮਤ ਵਿੱਚ ਗੰਗਾ ਦਾ ਅਰਥ ਹੈ ਗਿਆਨ, ਪਰਮੇਸ਼ਰ ਦੇ ਨਾਮ ਦੀ ਗੰਗਾ, ਗਿਆਨ ਦੀ ਗੰਗਾ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ। ਗੁਰਮਤ ਰੂਪ ਗੰਗਾ ਨੇ ਮੇਰੀਆਂ ਮਾਇਆ ਦੀਆਂ ਬੰਧਨਾਂ ਦੀਆਂ ਜੰਜੀਰਾਂ ਕੱਟ ਦਿੱਤੀਆਂ। ਹੁਣ ਟੀਕਿਆਂ ਚ ਅਰਥ ਇਹ ਕੀਤਾ ਵੀ ਕਬੀਰ ਜੀ ਨੂੰ ਗੰਗਾ ਚ ਬੰਨ ਕੇ ਸੁੱਟਤਾ ਤੇ ਗੰਗਾ ਦੀ ਇੱਕ ਲਹਿਰ ਆਈ ਬੜੀ ਤੇਜ਼ੀ, ਉਹਨਾਂ ਦੀਆਂ ਜੰਜੀਰਾਂ ਟੁੱਟ ਗਈਆਂ, ਹੱਦ ਹੋ ਗਈ। ਉਹ ਗੱਲ ਅੰਦਰ ਦੀ ਚੱਲ ਰਹੀ ਹੈ। ਕਹਿੰਦੇ ਗੰਗਾ, ਗੁਰਮਤ ਦੀ ਗੰਗਾ ਦੀ ਨਾ ਲਹਿਰ ਆਈ, ਬਹੁਤ ਵੱਡਾ ਗਿਆਨ ਜਦੋਂ ਮੈਨੂੰ ਹੋ ਗਿਆ, ਸਮਝ ਆ ਗਈ, ਖਜ਼ਾਨਾ ਮੇਰੇ ਅੰਦਰ ਭਰਪੂਰ ਰੂਪ ਚ ਪ੍ਰਗਟ ਹੋਇਆ। ਟੁੱਟੀ ਜੰਜੀਰ, ਜਿਹੜੀ ਮੇਰੀ ਪਕੜ ਸੀ, ਮਾਇਆ ਵਾਲੀ, ਬੰਧਨ ਵਾਲੀ, ਵਿਕਾਰਾਂ ਵਾਲੀ, ਸਾਰੀ ਟੁੱਟ ਗਈ ਇੱਕ ਖਿੰਦ ਦੇ ਵਿੱਚ। ਉੱਥੇ ਗੱਲ ਚੱਲ ਰਹੀ ਹੈ। ਇਹ ਸੰਗਮ ਹੋਇਆ, ਮਨ ਨੂੰ ਸੋਝੀ ਮਿਲੀ, ਅਧਿਆਤਮ ਦੀ ਸੋਝੀ ਮਿਲ ਗਈ। ਜਮਨ ਦਾ ਅਰਥ ਹੈ ਸੰਸਾਰ ਦੀ ਸੋਝੀ ਵੀ ਹੋ ਗਈ, ਲੋਕ ਤੇ ਪਰਲੋਕ ਦਾ ਗਿਆਨ ਹੋ ਗਿਆ। ਇਹ ਸੰਗਮ ਹੋਇਆ ਉੱਥੇ, ਲੋਕ ਦਾ ਤੇ ਪਰਲੋਕ ਦਾ ਸੰਗਮ ਹੋਇਆ, ਦੋਨਾਂ ਦਾ ਗਿਆਨ ਹੋ ਗਿਆ, ਦੋਨੇ ਪੱਖਾਂ ਦਾ। ਸਾਤ ਸਮੁੰਦ ਸਮਾਵਾਂ, ਤੇ ਜਿਵੇਂ ਤ੍ਰਿਵੇਣੀ ਦੇ ਵਿੱਚ ਚੱਲਦਾ ਹੋਇਆ ਪਾਣੀ, ਗੰਗਾ ਜਮਨਾ ਸਰਸਵਤੀ ਦਾ ਸਮੁੰਦਰ ਚ ਸਮਾਉਂਦਾ। ਕਹਿੰਦੇ ਜਦੋਂ ਇਸ ਪੂਰਨ ਗਿਆਨ ਹੁੰਦਾ ਹੈ, ਅਸੀਂ ਸਾਤ ਸਮੁੰਦ ਸਮਾਵਾਂ, ਇਹ ਮੇਰਾ ਮਨ, ਮੇਰੀ ਬੁੱਧੀ ਵੀ ਤੇਰੇ ਭਾਵ ਤੋਂ ਜੋ ਗੁਣਾਂ ਦਾ ਸਮੁੰਦਰ ਹੈ, ਤੇਰੇ ਵਿੱਚ ਸਮਾ ਜਾਂਦੀ ਹੈ। ਸਰੈਂਡਰ ਕਰ ਦਿੰਦੇ ਆ, ਪਤਾ ਲੱਗ ਜਾਂਦਾ ਤੇਰੇ ਤੋਂ ਉੱਪਰ ਨਹੀਂ ਹੈ, ਤੇਰੇ ਤੋਂ ਅੱਗੇ ਕੁਛ ਨਹੀਂ, ਤੇਰਾ ਹੀ ਰੂਪ ਸੀ, ਤੇਰੇ ਤੋਂ ਹੀ ਵਿਛੜੇ ਹੋਏ ਸੀ, ਤੂੰ ਹੀ ਨਾਲ ਸੀ, ਤੇਰੇ ਨਾਲ ਹੀ ਮਿਲਣਾ ਸੀ, ਅਸੀਂ ਭਟਕੇ ਹੋਏ ਸੀ, ਸਾਰੀ ਸਮਝ ਪੈ ਗਈ। ਕਹਿੰਦੇ ਹੁਣ ਤੇਰਾ ਹੀ ਰੂਪ ਹੋ ਗਿਆ, ਤੂੰ ਤੂੰ ਕਰਤਾ, ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਕ। ਪੁੰਨ ਦਾਨ ਪੂਜਾ ਪਰਮੇਸ਼ਵਰ, ਜੁਗ ਜੁਗ ਏਕੋ ਜਾਤਾ। ਹੁਣ ਕਹਿੰਦੇ ਪੁੰਨ ਦਾਨ ਪੂਜਾ ਪਰਮੇਸ਼ਰ, ਲੋਕ ਤਾਂ ਬਾਹਰ ਕਰਦੇ ਨੇ। ਆਪਾਂ ਕੱਲ ਵੀ ਗੱਲ ਕੀਤੀ ਵੀ ਹਾਂਜੀ, ਕੋਈ ਕਿਤੇ ਕੋਈ ਦਾਨ ਪੁੰਨ ਕਰਨ ਤੁਰਿਆ ਹੋਇਆ, ਕੋਈ ਪੂਜਾ ਕਰਨ ਤੁਰਿਆ ਹੋਇਆ, ਕੋਈ ਇਸ਼ਨਾਨ ਕਰਨ ਤੁਰਿਆ, ਕੋਈ ਕਿੰਨੇ ਕਿਲੋਮੀਟਰਾਂ ਤੇ ਜਾ ਰਿਹਾ, ਕੋਈ 100 ਕਿਲੋਮੀਟਰ ਤੇ, ਕੋਈ 500 ਤੇ, ਕੋਈ 1000, ਬਾਹਰ ਦੀ ਯਾਤਰਾ, ਬਾਹਰ ਦੀ ਭਟਕਣਾ। ਪਰ ਜਿਸ ਦਿਨ ਤੇਰੇ ਸੇਵਕ ਨੂੰ ਇਹ ਸਮਝ ਆ ਗਈ ਨਾ ਵੀ ਉਹਨੇ ਇੱਕੋ ਹੀ ਜਾਣਿਆ, ਜੁਗ ਜੁਗ, ਜੁਗ ਦਾ ਅਰਥ ਹੁੰਦਾ ਹੈ, ਵੈਸੇ ਤਾਂ ਯੁੱਗ ਅਸੀਂ ਮੰਨਦੇ ਹਾਂ 4 ਯੁੱਗ, ਕਲ ਯੁੱਗ, ਤ੍ਰੇਤਾ, ਸਤਯੁਗ ਤੇ ਦੁਆਪਰ। ਪਰ ਇੱਥੇ ਜਿਹੜੀ ਯੁੱਗਾਂ ਦੀ ਗੱਲ ਹੈ, ਯੁੱਗ ਦਾ ਅਰਥ ਹੈ ਹਰ ਯੁੱਗ, ਭਾਵ ਹਰ ਸਮੇਂ ਦੇ ਵਿੱਚ, ਜਿਹਨੇ ਹਰ ਸਮੇਂ ਤੇ ਇੱਕੋ ਹੀ ਜਾਣਿਆ, ਜਿਹਦੇ ਵਾਸਤੇ ਦੂਜਾ ਹੈ ਹੀ ਨਹੀਂ। ਹਰ ਯੁੱਗ ਵਿੱਚ, ਹਰ ਸਮੇਂ ਵਿੱਚ, ਜਾਂ ਇਹਦਾ ਅਰਥ ਕਰੋ ਹਰ ਅਵਸਥਾ ਵਿੱਚ, ਕਿਉਂਕਿ ਅਵਸਥਾ ਨੂੰ ਵੀ ਯੁੱਗ ਕਿਹਾ ਗਿਆ। ਸਾਡੀਆਂ ਵੀ ਅਵਸਥਾਵਾਂ ਨੇ ਨਾ, ਅਸੀਂ ਕਦੇ ਕਲਯੁਗ ਚ ਹੁੰਦੇ ਹਾਂ, ਕਦੇ ਸਤਯੁਗ ਚ, ਕਦੇ ਤ੍ਰੇਤੇ ਚ, ਕਦੇ ਦੁਆਪਰ ਚ, ਸਾਡੀ ਅਵਸਥਾ ਵੀ ਚੇਂਜ ਹੁੰਦੀ ਰਹਿੰਦੀ ਹੈ। ਪਰ ਕਿਸੇ ਅਵਸਥਾ ਚ ਦੇਖੋ ਸਾਡਾ ਮਨ ਟੁੱਟ ਜਾਂਦਾ ਹੈ, ਇੱਕ ਤੇ ਬਣਿਆ ਬਣਾਇਆ ਭਰੋਸਾ ਟੁੱਟ ਜਾਂਦਾ ਹੈ। ਲੋਕੀ ਕਹਿੰਦਾ ਛੱਡੋ ਯਾਰ, ਪੀਰ ਮਨਾ ਲਓ, ਪੀਰ ਨੇ ਕੋਈ ਉੱਥੇ ਮੰਤਰ ਮੁੰਤਰ ਪੜ੍ਹ ਦੇਣਾ, ਕੰਮ ਬਣ ਜਾਊ, ਗੁਰਦੁਆਰੇ ਦੀ ਆਸਤੇ ਕਦ ਤੱਕ ਬੈਠੇ ਰਹੋਗੇ, ਹੱਥ 'ਚ ਮੌਲੀ ਮੂਲੀ ਬੰਨ ਲਓ, ਤੁਹਾਡਾ ਕੰਮ ਸਬਰ ਜੂਗਾ। ਇੱਥੇ ਪਤਾ ਨਹੀਂ ਹਲੇ ਅਰਦਾਸ ਕਦੋਂ ਕਰਨੀ ਹੈ, ਕਦੋਂ ਸੁਣਨੀ ਹੈ। ਇਹਨੂੰ ਕਹਿੰਦੇ ਨੇ ਉਹਦਾ ਵਿਸ਼ਵਾਸ ਟੁੱਟ ਗਿਆ, ਇੱਕ ਨਹੀਂ ਜਾਣਿਆ, ਇੱਕ ਦੇ ਬਰਾਬਰ ਇੱਕ ਦੂਜਾ ਖਸਮ ਖੜਾ ਕਰ ਲਿਆ ਕੇ। ਪਰ ਇੱਕ ਹੁੰਦਾ ਜਿਹਨੇ ਜੁਗ ਜੁਗ, ਹਰ ਅਵਸਥਾ ਵਿੱਚ, ਹਰ ਸਮੇਂ ਵਿੱਚ, ਦੁੱਖ ਵਿੱਚ, ਸੁੱਖ ਵਿੱਚ, ਖੁਸ਼ੀ ਵਿੱਚ, ਗਮੀ ਵਿੱਚ, ਵਾਧੇ ਵਿੱਚ, ਘਾਟੇ ਵਿੱਚ, ਮਾਨ ਚ, ਅਪਮਾਨ ਚ, ਚੰਗੇ ਚ, ਮਾੜੇ ਚ, ਉਤਰਾਅ ਚ, ਚੜਾਅ ਚ, ਭੁੱਖ ਚ, ਨੰਗ ਚ, ਦੁੱਖ ਚ, ਹਮੇਸ਼ਾ ਹੀ ਇੱਕ ਜਾਣਿਆ, ਭਰੋਸਾ ਟੁੱਟਣ ਹੀ ਨਹੀਂ ਦਿੱਤਾ। ਉਹਦੇ ਵਾਸਤੇ ਕੀ ਆ,
ਉਹਦੇ ਲਈ ਇਹ ਇੱਕ ਜਾਣਨਾ ਹੀ, ਇੱਕ ਨਾਲ ਜੁੜੇ ਰਹਿਣਾ ਹੀ ਪੁੰਨ ਦਾਨ ਪੂਜਾ ਹੈ ਪਰਮੇਸ਼ਰ ਦੀ। ਇਹੀ ਉਹਦੇ ਲਈ ਪੁੰਨ ਦਾਨ ਤੇ ਪੂਜਾ ਹੈ। ਉਹਨੂੰ ਕੋਈ ਵੱਖਰਾ ਦਾਨ ਪੁੰਨ ਜਾਂ ਪੂਜਾ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਏ। ਸਮਝ ਪੈ ਗਈ? ਨਾਮ ਤੋਂ ਬਿਨਾਂ ਪੂਜਾ ਹੁੰਦੀ ਨਹੀਂ ਕੋਈ। ਅਸੀਂ ਇਹ ਕੰਮ ਕਰਨਾ ਸੀ, ਅਸੀਂ ਬਾਹਰ ਦੇ ਦਾਨ ਪੁੰਨ ਤੇ ਪੂਜਾ ਕਰਨ ਲੱਗ ਪਏ। ਉਹ ਵੀ ਕਰੋ, ਚਲੋ ਕੋਈ ਨੁਕਸਾਨ ਨਹੀਂ, ਕਰ ਲੋ। ਕਰਦੇ ਹੋਏ ਵੀ ਜੇ ਕਿਤੇ ਬੰਦੇ ਨੂੰ ਇਹ ਸਮਝੋ ਨਾ ਵੀ ਅਸਲੀ ਨਹੀਂ ਹੈ ਇਹ, ਅਸਲੀ ਹੋਰ ਆ, ਅਸਲੀ ਉਹ ਜਿਹੜੀ ਗੁਰਮਤਿ ਨੇ ਦੱਸੀ ਹੈ ਮੈਂ ਉਹ ਵੀ ਕਰਨੀ, ਉਹ ਨਹੀਂ ਛੱਡਣੀ, ਫਿਰ ਵੀ ਠੀਕ ਹੈ। ਪਰ ਹੁੰਦਾ ਕੀ ਹੈ, ਦੇਖੋ ਜਿੰਨਾ ਚਿਰ ਸਾਨੂੰ ਸਮਝ ਨਾ ਹੋਵੇ ਅਸੀਂ ਨਕਲੀ ਨੂੰ ਅਸਲ ਮੰਨ ਕੇ ਪੂਜਦੇ ਰਹਿੰਦੇ ਹਾਂ। ਅਸੀਂ ਨਕਲ ਦੇ ਭਰਮ 'ਚ ਫਸੇ ਰਹਿੰਦੇ ਹਾਂ, ਉਹ ਨੁਕਸਾਨ ਕਰਦੀ ਹੈ। ਅਸਲ ਦਾ ਪਤਾ ਹੋਵੇ ਫਿਰ ਕੋਈ ਗੱਲ ਨਹੀਂ। ਜੇ ਅਸਲ ਨਾਲ ਟੁੱਟੀਏ ਨਾ, ਅਸਲ ਨਾਲ ਜੁੜੇ ਰਹੀਏ, ਫਿਰ ਕੋਈ ਹਰਜ ਨਹੀਂ ਹੁੰਦਾ। ਕਿਉਂਕਿ ਮੰਨ ਲਓ ਕਿਵੇਂ, ਇੱਕ ਹੁੰਦਾ ਸਾਡੇ ਪਿਤਾ ਜੀ, ਸਾਡੇ ਬਾਪ, ਸਾਡੇ ਬਾਪੂ, ਸਾਡੇ ਡੈਡ, ਹਨਾ, ਜਿਨ੍ਹਾਂ ਨੇ ਜਨਮ ਦਿੱਤਾ, ਜੋ ਸਾਡੇ ਸਾਰੀ ਜਨਮ ਤੋਂ ਲੈ ਕੇ ਅੱਜ ਤੱਕ ਨਾਲ ਨੇ, ਸਾਥ ਦੇ ਰਹੇ ਨੇ, ਅਗਵਾਈ ਕਰ ਰਹੇ ਨੇ, ਸਭ ਕੁਛ, ਹਨਾ। ਅਸੀਂ ਕਹਿੰਦੇ ਪਿਤਾ ਜੀ, ਬਾਪੂ ਜੀ। ਇੱਕ ਅਸੀਂ ਕਿਸੇ ਅਦਰ ਪਰਸਨ ਨੂੰ ਸਤਿਕਾਰ ਵਜੋਂ, ਕੋਈ ਉਹਨਾਂ ਦੀ ਉਮਰ ਦਾ ਹੈ, ਕੋਈ ਆਂਢੀ ਗੁਆਂਢੀ, ਕੋਈ ਬਜ਼ੁਰਗ, ਕੋਈ ਬਹੁਤ ਗੁਣੀ ਗਿਆਨੀ ਵਿਦਵਾਨ ਚੰਗਾ ਬੰਦਾ, ਉਹਨੂੰ ਵੀ ਬਾਪੂ ਜੀ ਕਹਿ ਦਿੰਦੇ ਆ, ਕੋਈ ਗੱਲ ਨਹੀਂ, ਸਤਿਕਾਰ ਹੈ। ਪਰ ਜਦੋਂ ਉਹਨੂੰ ਬਾਪੂ ਕਹਿੰਦੇ ਆ, ਉਦੋਂ ਸਾਨੂੰ ਇਹ ਨਹੀਂ ਹੁੰਦਾ ਵੀ ਮੇਰਾ ਬਾਪੂ ਇਹੀ ਹੈ, ਮੈਂ ਦੂਜਾ ਕੋਈ ਹੋਰ ਬਾਪੂ ਹੈ ਨਹੀਂ ਮੇਰਾ, ਜਾਂ ਅਸਲੀ ਬਾਪੂ ਨੂੰ ਭੁੱਲ ਜਾਂਦੇ ਆ। ਨਹੀਂ, ਸਾਨੂੰ ਅਸਲੀ ਚੇਤੇ 'ਚ ਹੁੰਦਾ ਵੀ ਇਹਨੂੰ ਮੈਂ ਸਿਰਫ ਸਤਿਕਾਰ ਵਜੋਂ ਕਹਿ ਰਿਹਾ, ਪਰ ਅਸਲੀ ਮੇਰਾ ਉਹੀ ਹੈ ਜਿਹੜਾ ਘਰ ਆ ਮੇਰੇ, ਜਿਹਨੇ ਮੇਰੀ ਪਰਵਰਿਸ਼ ਕੀਤੀ ਹੈ, ਜਿਹਨੇ ਮੈਨੂੰ ਜਨਮ ਦਿੱਤਾ, ਪਾਲਿਆ, ਪੋਸਿਆ, ਵੱਡਾ ਕੀਤਾ। ਉੱਥੇ ਬਾਪੂ ਕਹਿਣਾ ਗੁਨਾਹ ਨਹੀਂ, ਕੋਈ ਗੱਲ ਨਹੀਂ, ਸਤਿਕਾਰ। ਕਿਉਂਕਿ ਅਸਲੀ ਨਾਲ ਜੁੜਿਆ ਹੋਇਆ ਨਾ, ਪਿੱਛੋਂ ਅਸਲੀ ਨਹੀਂ ਛੱਡਿਆ, ਅਸਲੀ ਨਾਲ ਅਟੈਚ ਹੈ, ਇਸ ਲਈ ਉਹਨੂੰ ਕਹਤਾ, ਉਹਨੂੰ ਕੋਈ ਫਰਕ ਨਹੀਂ, ਕਿਉਂਕਿ ਉਹਨੂੰ ਕਹਿਣ ਤੋਂ ਬਾਅਦ ਵੀ ਉਹਨੂੰ ਅਸਲੀ ਨਹੀਂ ਮੰਨਿਆ ਜਾਣਾ। ਇਸੇ ਤਰ੍ਹਾਂ ਜੇ ਅਸੀਂ ਬਾਹਰ ਦੀ ਕੋਈ ਪੂਜਾ ਦਿਖਾਵੇ ਮਾਤਰ ਕਰ ਵੀ ਲਈ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਮੈਨੂੰ ਪਤਾ ਵੀ ਮੇਰੀ ਅਸਲੀ ਪੂਜਾ ਤਾਂ ਨਾਮ ਹੈ। ਹੁਣ ਦੂਜਾ ਉਹ ਹੈ ਜਿਹੜਾ ਉਹਨੂੰ ਬਾਪੂ ਕਹੀ ਜਾਂਦਾ, ਅੰਦਰਲੇ ਨੂੰ ਛੱਡੀ ਬੈਠਾ ਆਪਣੇ ਅਸਲੀ ਨੂੰ, ਉਹਦੇ ਵਾਸਤੇ ਉਹ ਬਾਪੂ ਕਹਿਣਾ ਨੁਕਸਾਨਦਾਇਕ ਆ। ਬਾਹਰ ਤੇ ਥਾਲਾਂ ਦੇ ਵਿੱਚ ਦੀਵੇ ਜਗਾ ਕੇ, ਧੂਪ ਬੱਤੀਆਂ ਲਾ ਕੇ ਪੂਜਾ ਕਰਦਾ, ਅਸਲੀ ਪੂਜਾ ਦਾ ਪਤਾ ਨਹੀਂ, ਫਸ ਗਿਆ ਨਾ ਉੱਥੇ, ਉਹਨੇ ਉਹੀ ਪੂਜਾ ਮੰਨ ਲਈ ਵੀ ਮੇਰੀ ਤੇ ਜੀ ਪੂਜਾ ਹੋ ਗਈ, ਮੈਂ ਤੇ 5 ਮਿੰਟ ਧੂਪ ਬੱਤੀ ਦਿਖਾਇਆ, ਮੈਂ ਤੇ ਕੇਲੇ ਰੱਖਿਆ ਆ, ਸੇਬ ਰੱਖਿਆ ਆ, ਸੰਧੂਰ ਰੱਖਿਆ ਆ, ਟਿੱਕਾ ਨਾਰੀਅਲ ਕਰਿਆ, ਮੇਰੀ ਪੂਜਾ ਹੋ ਗਈ, ਮੈਂ ਤੇ ਦੀਵਾ ਬਾਲਿਆ, ਮੇਰੀ ਪੂਜਾ ਹੋ ਗਈ। ਉਹ ਭਰਮ 'ਚ ਪੈ ਗਿਆ ਨਾ, ਉਹ ਫਸ ਗਿਆ। ਗੁਰੂ ਸਾਹਿਬ ਕਹਿੰਦੇ ਇਸੇ ਤਰ੍ਹਾਂ ਕੋਈ ਕਹਿੰਦਾ ਮੈਂ ਲਓ ਜੀ, ਮੈਂ ਤੇ ਪੁੰਨ ਕਰਿਆ ਆ, ਮੈਂ ਤੇ ਆ ਚੰਗਾ ਕਰਮ ਕਰਤਾ, ਪੁੰਨ, ਮੈਂ ਜੀ ਇੱਥੇ 2 ਬੰਦੇ ਨੂੰ ਰੋਟੀ ਖਿਲਾਤੀ, ਦਾਨ। ਫਿਰ ਉਹ ਦਾਨ ਕਿੱਥੇ ਗਿਆ ਜਿਹੜਾ ਅਸੀਂ ਕੱਲ ਪੜਿਆ ਸੀਗਾ? ਮਾਘ ਮਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰਦਾਨ। ਅਸਲੀ ਦਾਨ ਭੁੱਲ ਗਿਆ, ਨਕਲੀ ਨਾਲ ਜੁੜ ਗਏ। ਬਸ ਇਹ ਚੀਜ਼ ਵੀ ਸਾਨੂੰ ਸਮਝਣੀ ਬਹੁਤ ਜ਼ਰੂਰੀ ਹੈ। ਅਸਲ ਨਹੀਂ ਛੱਡਣਾ, ਅਸਲ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸੱਚ ਨੂੰ ਨਹੀਂ ਤਿਆਗਿਆ ਜਾ ਸਕਦਾ। ਝੂਠ ਸਮਝ ਵਿੱਚ ਆਵੇ ਨਾ ਆਵੇ, ਸੱਚ ਸਮਝ 'ਚ ਆਉਣਾ ਬਹੁਤ ਜ਼ਰੂਰੀ ਹੈ। ਤੋ ਕਹਿੰਦੇ ਜਿਸ ਨੇ ਜੁਗ ਜੁਗ ਏਕੋ ਜਾਤਾ, ਜਿਹਨੇ ਹਰ ਯੁੱਗ ਵਿੱਚ, ਹਰ ਸਮੇਂ ਵਿੱਚ, ਹਰ ਅਵਸਥਾ ਵਿੱਚ ਇੱਕ ਜਾਣਿਆ, ਉਹਦੇ ਲਈ ਇਹੀ ਪੁੰਨ ਦਾਨ ਤੇ ਪੂਜਾ ਪਰਮੇਸ਼ਰ ਭਾ, ਪਰਮੇਸ਼ਰ ਦੀ ਪੂਜਾ ਇਹੀ ਹੈ। ਇੱਕ ਨੂੰ ਜਾਣਨਾ, ਇੱਕ ਦਾ ਹੋ ਜਾਣਾ, ਇੱਕ ਨਾਲ ਜੁੜ ਜਾਣਾ। ਇੱਕ ਦੇਖੋ ਕਿ ਬਾਣੀ ਸਾਰੀ ਇੱਕ ਦੀ ਗੱਲ ਕਰ ਰਹੀ ਹੈ। ਸਾਡੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਦੀ ਸ਼ੁਰੂਆਤ ਹੀ ਇੱਕ ਤੋਂ ਹੋ ਰਹੀ ਹੈ, ਇੱਕ ਓੰਕਾਰ, ਪਹਿਲਾ ਅੱਖਰ ਹੀ ਇੱਕ ਹੈ। ਕਮਾਲ ਦੀ ਗੱਲ ਹੈ, ਕਿਸੇ ਗ੍ਰੰਥ ਵਿੱਚ ਇੱਕ ਨਹੀਂ ਹੈ ਪਹਿਲਾਂ, ਇੱਥੇ ਪਹਿਲਾ ਅੱਖਰ ਹੀ ਇੱਕ ਹੈ। ਕਿਉਂਕਿ ਸਾਰੀ ਗੁਰਬਾਣੀ ਦਾ ਮੰਤਵ ਇਸ ਭਟਕੇ ਹੋਏ ਮਨੁੱਖ ਨੂੰ ਇੱਕ ਨਾਲ ਜੋੜਨਾ ਹੈ, ਸਾਡੇ ਵਿੱਚ ਏਕਤਾ ਲਿਆਉਣੀ ਹੈ, ਸਾਡੇ ਪਰਿਵਾਰ ਦੇ ਵਿੱਚ, ਸਮਾਜ ਦੇ ਵਿੱਚ, ਸੰਸਾਰ ਵਿੱਚ ਏਕਤਾ ਲੈ ਕੇ ਆਉਣੀ ਹੈ। ਸਾਨੂੰ ਇਹ ਇੱਕ ਨਾਲ ਜੋੜਨਾ ਹੈ। ਉਹਨਾਂ ਨੇ ਸ਼ੁਰੂਆਤ ਇੱਕ ਤੋਂ ਕੀਤੀ। ਇਹ ਵੀ ਬੜਾ ਪਿਆਰਾ ਸਿਧਾਂਤ ਹੈ। ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਉਹ ਸ਼ੁਰੂਆਤ ਇੱਕ ਤੋਂ ਕਰ ਰਹੇ ਨੇ। ਮੇਰੇ ਮਨ ਏਕਸ ਸਿਉ ਚਿਤ ਲਾਏ, ਏਕਸ ਬਿਨ ਸਭ ਤੰਦ ਹੈ, ਸਭ ਮਿਥਿਆ ਮੋਹ ਮਾਏ। ਜਿੱਥੇ ਦੇਖੋ ਤੁਸੀਂ ਗੱਲ ਬਾਰ-ਬਾਰ ਇੱਕ ਦੇ, ਏਕੋ ਟੇਕੋ ਆਧਾਰ, ਜਾਂ ਕੱਲ ਨੂੰ ਕਿਸੇ ਹੋਰ ਨੂੰ ਜਾਣਾਂਗੇ, ਨਹੀਂ, ਜੁਗ ਜੁਗ ਏਕੋ ਜਾਤਾ। ਹਰ ਸਮੇਂ ਦੇ ਵਿੱਚ, ਹਰ ਅਵਸਥਾ ਦੇ ਵਿੱਚ, ਹਰ ਪਲ ਦੇ ਵਿੱਚ ਇੱਕ ਨਾਲੋਂ ਸੁਰਤ ਨਹੀਂ ਟੁੱਟਣੀ ਚਾਹੀਦੀ। ਇੱਕ ਦੇ ਹੋ ਜਾਓ, ਇੰਨੇ ਹੋ ਜਾਓ ਵੀ ਬਸ ਹੁਣ ਪ੍ਰਾਣ ਵੀ ਇੱਕ ਦੀ ਯਾਦ 'ਚ ਨਿਕਲਣ। ਜਦੋਂ ਜਾਈਏ ਤੇ ਇੱਕ ਨਾਲ ਜੁੜ ਕੇ ਹੀ ਜਾਈਏ। ਉੱਥੇ ਜਾ ਕੇ ਤੁਹਾਡਾ ਦਾਨ ਪਤਾ, ਬਸ ਇਹਦੇ ਵਿੱਚ ਸਾਰਾ ਹੀ ਕੁਛ ਆ ਗਿਆ, ਤੋਂ ਬਾਹਰ ਰਹਿ ਹੀ ਕੁਛ ਨਹੀਂ ਗਿਆ। ਹੁਣ ਇਹ ਤੋਂ ਬਾਹਰ ਹੁਣ ਕੀ ਰਹਿ ਗਿਆ? ਜਿਹੜਾ
ਜਿਹਨੂੰ ਰੱਬ, ਉਹ ਆਪਾਂ ਆਮ ਕਹਿ ਲੈਣਾ ਵੀ ਜਿਹਨੂੰ ਰੱਬ ਹੀ ਮਿਲ ਗਿਆ ਤਾਂ ਪਰੇ ਹੁਣ ਕੀ ਰਹਿ ਗਿਆ, ਪਿੱਛੇ ਕੀ ਬਚਿਆ, ਜਿਹਨੂੰ ਰੱਬ ਹੀ ਮਿਲ ਗਿਆ, ਜਿਹਨੂੰ ਰੱਬ ਨੇ ਆਪਣਾ ਬਣਾ ਲਿਆ। ਤਾਂ ਇਹੀ ਹੈ, ਕਹਿੰਦੇ ਸਾਰਾ ਕੁਝ ਇਸ ਜੁਗ ਜੁਗ ਇੱਕੋ ਜਾਤਾ ਦੀ ਅਵਸਥਾ 'ਚ ਮਿਲਦਾ ਹੈ। ਅਖੀਰਲੀ ਪੰਕਤੀ ਕੀ ਹੈ, ਨਾਨਕ ਮਾਗੀ ਮਹਾਰਸ ਮਿੱਠਾ, ਨਾਨਕ ਮਾਗ ਮਹਾਰਸ ਹਰ ਜਪ, 68 ਤੀਰਥ ਨਾਤਾ। हे ਨਾਨਕ, ਮਾਗ ਦੇ ਅੰਦਰ ਮਹਾਰਸ ਹਰ ਜਪ, ਹਰੀ ਦੇ ਨਾਮ ਰੂਪੀ ਮਹਾਰਸ ਨੂੰ ਜਪਣਾ ਚਾਹੀਦਾ ਹੈ। ਹੁਣ ਦੇਖੋ, ਗੁਰਬਾਣੀ ਦੇ ਨਾ ਕੁਝ ਸ਼ਬਦ ਇੰਨੇ ਪਿਆਰੇ ਵੀ ਨੇ ਤੇ ਗਹਿਰੇ ਵੀ ਨੇ। ਹੁਣ ਰਸ ਪੀਤਾ ਜਾਂਦਾ, ਰਸ ਕਦੇ ਵੀ ਜਪਿਆ ਨਹੀਂ ਜਾਂਦਾ। ਹੁਣ ਮੇਰੇ ਕੋਲ ਪਾਣੀ ਪਿਆ, ਹੁਣ ਮੈਂ ਇਹਨੂੰ, ਹੁਣ ਮੈਂ ਤੁਹਾਨੂੰ ਕਹਾਂ ਜਪੋ, ਜਾਂ ਤੁਸੀਂ ਮੈਨੂੰ ਕਹੋ ਜਪੋ, ਕਿਵੇਂ ਜਪਾਂ ਮੈਂ ਇਹਨੂੰ? ਪਾਣੀ ਤੇ ਪੀਣਾ ਪਊਗਾ। ਗੰਨੇ ਦਾ ਰਸ ਲਿਆ ਕੇ ਰੱਖ ਦੋ, ਕੋਈ ਕਹਦੇ ਇਹਨੂੰ ਜਪੋ ਜੀ। ਜੂਸ ਆ ਗਿਆ, ਇਹਨੂੰ ਜਪੋ ਜੀ। ਆਪਾਂ ਕਹਾਂਗੇ ਪੀਣ ਵਾਲੀਆਂ ਚੀਜ਼ਾਂ ਜਪੀਏ ਕਿਵੇਂ? ਬਸ ਇਹੀ ਚੀਜ਼ ਸਮਝਣ ਵਾਲੀ ਹੈ। ਨਾਨਕ ਮਾਗੀ ਮਹਾਰਸ ਹਰ ਜਪ, ਉਹ ਕਹਿੰਦੇ ਜਿਹੜਾ ਮਹਾਰਸ ਹੈ ਨਾ, ਮਹਾਰਸ ਹਰੀ ਦਾ ਮਹਾਰਸ, ਉਹਨੂੰ ਜਪੋ। ਮੈਂ ਕੱਲ ਬੇਨਤੀ ਕੀਤੀ ਸੀ, ਜਪਣ ਦਾ, ਜਪ ਸ਼ਬਦ ਦਾ ਅਰਥ ਹੁੰਦਾ ਸਮਝਣਾ। ਉਹਨੂੰ ਸਮਝੋ, ਭਾਵ ਉਹਨੂੰ ਜਾਣੋ, ਰਸ ਕੀ ਹੈ। ਹਰੀ ਦਾ ਰਸ ਮਹਾਰਸ ਕਰਦਾ ਕੀ ਹੈ? ਬਿਖੈ ਬਨ ਫੀਕਾ ਤਿਆਗ ਰੀ ਸਕੀਏ, ਨਾਮ ਮਹਾਰਸ ਪੀਓ। ਕਹਿੰਦੇ ਤੂੰ ਵਿਖਿਆ ਦੇ ਰਸਾਂ 'ਚ ਫਸਿਆ, ਤੂੰ ਮਹਾਰਸ ਪੀ ਨਾਮ ਦਾ। ਇਹਨੂੰ ਸਮਝ। ਹੁਣ ਪੀਣਾ ਕੀ ਹੈ? ਸਮਝਣਾ ਹੀ ਪੀਣਾ ਹੈ। ਜਿਸ ਇਨਸਾਨ ਨੇ, ਜਾਂ ਜਿਸ ਬੰਦੇ ਨੇ, ਜਿਸ ਅਕਲ ਨੇ, ਜਿਸ ਬੁੱਧੀ ਨੇ ਰਸ ਨੂੰ ਸਮਝ ਲਿਆ, ਨਾਮ ਨੂੰ ਸਮਝ ਲਿਆ, ਸਮਝੋ ਉਹਨੇ ਪੀ ਲਿਆ। ਸਰੀਰ ਪੀਊਗਾ ਗਲਾਸ 'ਚ ਪਾ ਕੇ ਲਿਕੁਇਡ ਨੂੰ। ਪੀਲੇ ਦਾ ਅਰਥ, ਇਹਨੂੰ ਪੀਣ ਦਾ ਅਰਥ ਹੈ ਵੀ ਅੰਦਰ ਪਚਾ ਗਿਆ, ਮੈਂ ਗ੍ਰਹਿਣ ਕਰ ਲਿਆ। ਤੇ ਜਿਹੜਾ ਗਿਆਨ ਹੁੰਦਾ, ਗਿਆਨ ਵੀ ਪੀਤਾ ਜਾਂਦਾ ਹੈ। ਗਿਆਨ ਨੂੰ ਬੁੱਧੀ ਪੀਂਦੀ ਹੈ, ਅਕਲ ਪੀਂਦੀ ਹੈ ਗਿਆਨ ਨੂੰ। ਅਕਲ ਪੀ ਕੇ ਅਕਲ ਵੱਡੀ ਹੋ ਜਾਂਦੀ ਹੈ। ਆਪਾਂ ਕਹਿੰਦੇ ਹਾਂ ਬੜੀ ਅਕਲ ਹੈ ਜੀ ਬੰਦੇ ਨੂੰ, ਉਹਦੇ ਕੋਲ ਗਿਆਨ ਵੱਧ ਗਿਆ, ਉਹਦੀ ਅਕਲ ਵੱਧ ਗਈ। ਬੜਾ ਸਿਆਣਾ, ਬੜਾ ਦਾਨਾ, ਬਹੁਤ ਤੀਖਣ ਮੱਤ ਵਾਲਾ ਹੈ। ਤੋ ਅਸੀਂ ਮਹਾਰਸ ਨੂੰ ਜਪਣਾ ਹੈ, ਸਮਝਣਾ ਹੈ, ਭਾਵ ਇਹਨੂੰ ਗ੍ਰਹਿਣ ਕਰਨਾ ਹੈ। ਹਰੀ ਦਾ ਰਸ ਹੈ ਨਾ, ਜਿਹੜਾ ਰਸ ਦਾ ਅਰਥ ਹੁੰਦਾ ਟੇਸਟ, ਟੇਸਟੀ। ਰਸ ਵਿੱਚ ਕੋਈ ਟੇਸਟ ਹੁੰਦਾ ਹੈ। ਨਾਮ ਵਿੱਚ ਇੱਕ ਟੇਸਟ ਹੈ। ਕੀ ਟੇਸਟ ਹੈ? ਇਹ ਸੱਚ ਹੈ, ਇਹ ਝੂਠ ਨਹੀਂ ਹੈ। ਇਹਨੂੰ ਪੀਣ ਨਾਲ ਸਾਰੇ ਰੋਗ ਕੱਟੇ ਜਾਂਦੇ ਨੇ। ਸੰਸਾਰ ਦੇ ਵਿੱਚ ਕੁਝ ਚੀਜ਼ਾਂ ਐਸੀਆਂ ਨੇ, ਉਹਨਾਂ ਨੂੰ ਪੀਓ ਤੇ ਰੋਗ ਲੱਗਦੇ ਨੇ। ਬੰਦਾ ਕਹਿੰਦਾ ਜੀ ਦਾਰੂ ਪੀ ਲਈ, ਇਹਨੂੰ ਰੋਗ ਲੱਗ ਗਿਆ, ਤਾਂ ਲੀਵਰ ਗਿਆ, ਦੀ ਕਿਡਨੀ ਗਈ। ਇਹਨੇ ਨਸ਼ਾ ਲੈ ਲਿਆ ਜੀ, ਇਹ ਵੀ ਗਿਆ। ਇਹਨੇ ਸਮੈਕ ਪੀ ਲਈ, ਇਹ ਵੀ ਗਿਆ। ਇਹਨੇ ਚਾਹ ਬਹੁਤ ਪੀ ਲਈ, ਇਹ ਵੀ ਗਿਆ। ਇਹ ਵੀ ਇਦਾਂ ਬਹੁਤ ਹੁੰਦੇ ਨੇ। ਕੋਲਡ ਡਰਿੰਕ ਬਹੁਤ ਪੀਤਾ, ਇਹ ਵੀ ਗਿਆ। ਤੇ ਇੱਥੇ ਕਹਿੰਦੇ ਨੇ ਨਾਮ ਬਹੁਤ ਪੀ ਲਿਆ, ਜਿਉਂਦਾ ਹੋ ਗਿਆ। ਇਹਨੇ ਨਾਮ ਬਹੁਤ ਪੀ ਲਿਆ ਤੇ ਰੋਗ ਕੱਟੇ ਗਏ। ਇਹ ਮਹਾਰਸ ਪੀਂਦਾ ਸੀ, ਇਹਦੀ ਜ਼ਹਿਰ ਟੁੱਟ ਗਈ, ਇਹਦੀ ਮਾਇਆ ਛੁੱਟ ਗਈ, ਇਹਦੇ ਬੰਧਨ ਕੱਟੇ ਗਏ, ਇਹਦੇ ਵਿਕਾਰ ਕੱਟੇ ਗਏ। ਆਹ ਫਰਕ ਹੈ ਮਹਾਰਸ ਵਿੱਚ। ਇਹਨੂੰ ਜਪ, ਇਹਨੂੰ ਪੀ, ਇਹਨੂੰ ਸਮਝ। ਜਪਣਾ, ਸਮਝਣਾ ਹੀ ਪੀਣਾ ਹੈ। ਕਿਉਂਕਿ ਇੱਥੇ ਬੁੱਧੀ ਪੀਏਗੀ, ਸਮਾ ਲੈਗੀ, ਸਮਝ ਲੈਗੀ, ਗ੍ਰਹਿਣ ਕਰ ਲੇਗੀ। ਅਕਲ ਨੇ ਜੋ ਗਿਆਨ ਅੱਜ ਗ੍ਰਹਿਣ ਕੀਤਾ ਨਾ, ਜੋ ਵੀ ਸ਼ਬਦ ਵਿੱਚੋਂ ਸਾਨੂੰ ਕੋਈ ਵੀ ਗੱਲ ਸਮਝ ਆਈ ਹੈ ਨਾ, ਅਸਲ ਵਿੱਚ ਅੱਜ ਅਸੀਂ ਉਹ ਰਸ ਬਣਾ ਕੇ ਪੀ ਲਈ। ਅਸੀਂ ਉਹ ਰਸ ਗ੍ਰਹਿਣ ਕਰ ਲਿਆ, ਉਹਨੂੰ ਪੀ ਲਿਆ ਕਹਿ ਸਕਦੇ ਹਾਂ ਅਸੀਂ। ਤਾਂ ਕਹਿੰਦੇ ਨਾਨਕ ਮਾਗੀ ਮਹਾਰਸ ਹਰ ਜਪ, 68 ਤੀਰਥ ਨਾਤਾ। ਹਰੀ ਨੂੰ ਜਪ ਕੇ, ਹਰੀ ਨੂੰ ਸਮਝ ਕੇ ਹੀ ਮੈਂ 68 ਤੀਰਥਾਂ ਦਾ ਇਸ਼ਨਾਨ ਵੀ ਇਸ ਮਹਾਰਸ ਵਿੱਚੋਂ ਹੀ ਕਰ ਲਿਆ। ਮੇਰੇ ਵਾਸਤੇ ਇਹੀ 68 ਤੀਰਥਾਂ ਦਾ ਇਸ਼ਨਾਨ ਵੀ ਹੈ। ਮੇਰੇ ਵਾਸਤੇ ਇਹ ਤ੍ਰਿਵੇਣੀ ਵੀ ਹੈ। ਮੇਰੇ ਵਾਸਤੇ ਮਾਗੀ ਵੀ ਹੈ। ਮੇਰੇ ਵਾਸਤੇ ਦਾਨ ਵੀ ਹੈ, ਪੁੰਨ ਵੀ ਹੈ, ਪੂਜਾ ਵੀ ਹੈ। ਸਭ ਕੁਝ ਮੇਰੇ ਵਾਸਤੇ ਹੀ ਹੈ ਕਿ ਮਹਾਰਸ ਹਰ ਜਪ। ਮਹਾਰਸ ਨੂੰ ਜਪਣਾ ਹੈ, ਹਰ ਨੂੰ ਜਪਣਾ ਹੈ, ਹਰ ਨੂੰ ਸਮਝਣਾ ਹੈ। ਬੁੱਧੀ ਜਦੋਂ ਸਮਝਦੀ ਹੈ, ਅਕਲ ਸਾਡੀ ਵੱਧਦੀ ਹੈ, ਗਿਆਨ ਵੱਧਦਾ ਹੈ, ਅਸੀਂ ਤਾਕਤਵਰ ਹੁੰਦੇ ਹਾਂ। ਜਿਹਨੂੰ ਅਸੀਂ ਕਹਿੰਦੇ ਮੈਂਟਲੀ ਸਟਰੋਂਗ ਹੋ ਜਾਣਾ। ਨਹੀਂ ਆਪਾਂ ਕਹਿੰਦੇ ਯਾਰ ਮੈਂਟਲ ਲੈਵਲ ਤੋਂ ਬਹੁਤ ਕਮਜ਼ੋਰ ਹੈ, ਇਹਨੂੰ ਗਿਆਨ ਨਹੀਂ, ਇਹਨੂੰ ਸਮਝ ਨਹੀਂ, ਇਹਨੂੰ ਅਕਲ ਨਹੀਂ। ਉਹ ਅਕਲ, ਉਹ ਗਿਆਨ ਸ਼ਬਦ ਵਿੱਚੋਂ, ਬਾਣੀ ਵਿੱਚੋਂ, ਤੇ ਇਹ ਚੋਂ ਜੋ ਪ੍ਰਾਪਤ ਹੁੰਦਾ ਹੈ, ਉਹੀ ਸਾਡੀ ਤਾਕਤ ਬਣਦਾ ਹੈ। ਉਸੇ ਨੂੰ ਅਸੀਂ ਗ੍ਰਹਿਣ ਕਰਨਾ ਹੈ,
ਉੱਥੇ ਜਾ ਕੇ ਫਿਰ ਕੀ ਬਣਦਾ, ਸਾਡੀ ਆਤਮਾ ਦੀ ਖੁਰਾਕ ਬਣ ਜਾਂਦੀ ਹੈ। ਇਸੇ ਨੂੰ ਕਿਹਾ ਸੀ ਥਾਲ ਵਿੱਚ ਤੈਨੂੰ ਵਸਤੂ ਪਈਓ ਸਭ ਸੰਤੋਖ ਵਿਚਾਰੋ, ਜੇ ਕੋ ਖਾਵੈ ਜੇ ਕੋ ਭੁੰਚੈ ਤਿਸਕਾ ਹੋਏ ਉਧਾਰੋ। ਉਹਦਾ ਉਧਾਰ ਹੋ ਜਾਏਗਾ ਜਿਹੜਾ ਇਹਨੂੰ ਖਾ ਲਏਗਾ, ਭਾਵ ਇਹਨੂੰ ਸਮਝ ਲਏਗਾ, ਇਹਨੂੰ ਜਾਣ ਲਏਗਾ ਤੇ ਇਹਦੇ ਨਾਲ ਜੁੜ ਜਾਏਗਾ। ਇੱਥੇ ਹੀ ਆਪਾਂ ਅੱਜ ਦੇ ਇਸ ਸ਼ਬਦ ਦੀ ਸਮਾਪਤੀ ਕਰਦੇ ਹਾਂ। ਮਾਘ ਦੇ ਮਹੀਨੇ ਦੀ ਵਿਚਾਰ ਜੋ ਸ਼ਬਦ ਗੁਰੂ ਸਾਹਿਬ ਨੇ ਤੁਖਾਰੀ ਰਾਗ ਦੇ ਅੰਦਰ ਵਰਤਿਆ, ਤੋ ਇਸ ਤੁਖਾਰੀ ਰਾਗ ਦੇ ਸ਼ਬਦ ਦੀ ਵਿਆਖਿਆ ਜਿੰਨੀ ਕੁ ਮਤ ਸਮਤ ਮਹਾਰਾਜ ਨੇ ਬਖਸ਼ੀ ਉਹਦੇ ਮੁਤਾਬਿਕ ਕੀਤੀ ਹੈ। ਤੋ ਇਹਦੇ ਵਿੱਚੋਂ ਆਪ ਜੀ ਨੂੰ ਕੀ ਚੰਗਾ ਲੱਗਾ, ਕੀ ਸਮਝ ਆਈ ਹੈ, ਉਹ ਵਿਚਾਰ ਤੁਸੀਂ ਹੁਣ ਆਪਾਂ ਸਾਂਝੇ ਕਰ ਸਕਦੇ ਹੋ। ਮੇਰੇ ਵੱਲੋਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ